ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਕਾਫੀ ਦਿਨਾਂ ਤੋਂ ਡਿਮਾਂਡ ਆ ਰਹੀ ਸੀ ਪੰਜਾਬ ਜੀਕੇ ਦੀ, ਰਾਜੇ ਪੰਜਾਬ ਜੀਕੇ ਕੁਝ ਦਿਨਾਂ ਵਾਸਤੇ ਵੀਡੀਓਜ਼ ਨਹੀਂ ਆਈਆਂ। ਉਹਦੇ ਵਾਸਤੇ ਮਾਫੀ ਚਾਹੁੰਦੇ ਆ ਕਿਉਂਕਿ ਉਧਰੋਂ ਪੰਜਾਬੀ ਗ੍ਰਾਮਰ ਸਟਾਰਟ ਕੀਤੀ ਹੋਣ ਕਰਕੇ ਟਾਈਮ ਦੀ ਪ੍ਰੋਬਲਮ ਸੀ। ਤਾਂ ਪੰਜਾਬ ਜੀਕੇ ਦੇ ਵਿੱਚ ਮੈਂ ਉਹ ਚੀਜ਼ ਕਰਵਾ ਰਿਹਾ ਜਿਹੜੀ ਤੁਹਾਨੂੰ ਕਦੇ ਵੀ ਕਿਸੇ ਬੁੱਕ ਦੇ ਵਿੱਚੋਂ ਨਹੀਂ ਮਿਲੂਗੀ, ਠੀਕ ਹੈ ਜੀ। ਤੇ ਇਹ ਪਿਛਲੀ ਵਾਰੀ ਜਿੰਨੇ ਵੀ ਪੇਪਰ ਹੋਏ ਆ ਪੀਟਰ ਪਲੱਸ ਬੋਰਡ ਦੇ ਉੱਤੇ ਬਹੁਤ ਪੁੱਛਿਆ ਗਿਆ। ਤਾਂ ਆਪਾਂ ਗੱਲ ਕਰਦੇ ਹਾਂ ਜੀ ਸੂਫੀ ਕਾਵ ਦੀ। ਤਾਂ ਰਾਜੇ ਦੇਖਣ ਨੂੰ ਇਹ ਵੀਡੀਓ ਬਹੁਤ ਛੋਟੀ ਹੋਊਗੀ ਲੇਕਿਨ ਕਾਫੀ ਤੁਹਾਡੇ ਵਾਸਤੇ ਮਹੱਤਵਪੂਰਨ ਹੈ, ਕਿਉਂਕਿ ਛੋਟੀ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਸੂਫੀ ਕਾਵ ਹੈ ਰਾਜੇ ਉਹ ਬਹੁਤ ਪੁਰਾਣਾ ਹੈ। ਤੇ ਉਹਦੇ ਸੋਰਸ ਲੱਭਣਾ, ਫਿਰ ਉਹਨੂੰ ਟਾਈਪ ਕਰਨਾ, ਫਿਰ ਉਹ ਕਿੰਨਾ ਅਥੈਂਟੀਕੇਟ ਹੈ ਜਾਂ ਨਹੀਂ ਹੈ, ਇਹਦੇ ਕਰਕੇ ਘੱਟੋ ਘੱਟ 5 ਤੋਂ 7 ਘੰਟੇ ਲੱਗਦੇ ਆ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਵਾਸਤੇ ਵੀ। ਤਾਂ ਸਾਰਾ ਕੰਟੈਂਟ ਆਪ ਲਿਖਣਾ ਪੈਂਦਾ ਹੈ। ਤਾਂ ਇਸੇ ਕਰਕੇ ਥੋੜੀ ਜਿਹੀ ਵੇਟ ਕਰਨੀ ਪੈਂਦੀ ਹੈ। ਇੱਕ ਦਿਨ ਛੱਡ ਕੇ ਆ ਜਾ ਕਰੂਗੀ ਵੀਡੀਓ, ਚਿੰਤਾ ਨਹੀਂ ਕਰਨੀ, ਮੈਂ ਕੰਪਲੀਟ ਕਰਵਾਉਂਗਾ, ਤੁਹਾਡੇ ਨਾਲ ਵਾਅਦਾ ਕੀਤਾ। ਤਾਂ ਸਟਾਰਟ ਕਰਦੇ ਰਾਜੇ। ਬਾਕੀ ਗੱਲ ਉਹੀ ਹੈ, ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ, ਲੱਗਦਾ ਕਿ ਸਰ ਨੇ ਮਿਹਨਤ ਕੀਤੀ ਹੈ, ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਜਿਹੜੇ ਬੱਚੇ ਪਹਿਲੀ ਵਾਰੀ ਆ ਰਹੇ ਨੇ ਆਪਣੇ ਚੈਨਲ ਦੇ ਉੱਪਰ, ਉਹ ਰਾਜੇ ਪੂਰੀ ਕੰਪਲੀਟ ਸੀਰੀਜ਼ ਦੇਖਿਓ। ਸਾਰੀ ਮੈਂ ਪੰਜਾਬ ਜੀਕੇ ਸਟਾਰਟ ਕਰਵਾਈ ਹੈ 14 ਸੈਂਚੁਰੀ ਤੋਂ, ਠੀਕ ਹੈ ਜੀ। ਤਾਂ ਸਬਸਕ੍ਰਾਈਬ ਦਾ ਬਟਨ ਨੱਪ ਲਿਓ, ਨਾਲ ਬੈਲ ਆਈਕਨ ਵੀ ਨੱਪ ਲਿਓ, ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ। ਤਾਂ ਸਟਾਰਟ ਕਰਦੇ ਹਾਂ ਰਾਜੇ ਅੱਜ ਆਪਾਂ ਸੂਫੀ ਕਾਵ ਤੋਂ। ਸੂਫੀ ਕਾਵ ਜਾਂ ਜਿਹਨੂੰ ਆਪਾਂ ਸੂਫੀਜ਼ਮ ਕਹਿ ਦਿੰਦੇ ਆ, ਇਹ ਜਿਹੜਾ ਸਿਲੇਬਸ ਹੈਗਾ ਇਹ ਪਿਛਲੀ ਵਾਰੀ ਇੰਟਰੋਡਿਊਸ ਕੀਤਾ ਸੀਗਾ ਪੀਟਰ ਪਲੱਸ ਬੋਰਡ ਨੇ। ਉਸ ਤੋਂ ਪਹਿਲਾਂ ਬਹੁਤ ਘੱਟ ਪੁੱਛਿਆ ਜਾਂਦਾ ਸੀ, ਪਰ ਲਾਸਟ ਟਾਈਮ ਜਿਵੇਂ ਦੇ ਪੇਪਰ ਆਏ ਰਾਜੇ ਉਹਦੇ ਵਿੱਚ ਬਹੁਤ ਡਿਟੇਲ 'ਚ ਪੁੱਛਿਆ ਗਿਆ। ਤਾਂ ਚਿੰਤਾ ਨਾ ਕਰੋ, 101% ਲੈਵਲ ਦਾ ਕਰਵਾਉਂਗਾ। ਤਾਂ ਪਹਿਲਾਂ ਦੇਖੋ, ਅੱਜ ਫਸਟ ਲੈਕਚਰ ਹੈ, ਥੋੜਾ ਜਿਹਾ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਸ਼ਬਦ ਹੈਗਾ ਸੂਫੀਵਾਦ ਜਾਂ ਸੂਫੀਜ਼ਮ, ਇਹਦਾ ਮਤਲਬ ਹੈ ਕੀ ਹੈ, ਕਿੱਥੋਂ ਆਇਆ ਇਹ ਵਰਡ, ਠੀਕ ਹੈ ਜੀ, ਕਿਉਂ ਇਹ ਯੂਜ਼ ਹੋਇਆ, ਤੇ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਸਰਮੌਰ ਕਵੀ ਹੋਏ ਨੇ। ਤਾਂ ਸਟਾਰਟ ਕਰਦੇ ਰਾਜੇ। ਦੇਖੋ, ਜਿਹੜਾ ਸੂਫੀ ਕਾਵ ਹੈ ਰਾਜੇ, ਜਿਹੜੀ ਇਹਦੀ ਪਰੰਪਰਾ ਮੰਨੀ ਜਾਂਦੀ ਹੈ, ਇਹ ਕਹਿੰਦੇ ਜੀ ਇਸਲਾਮ। ਇਸਲਾਮ ਤੁਸੀਂ ਸਮਝਦੇ ਹੋ, ਜਿਵੇਂ ਮੁਸਲਿਮ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਹੈਗੇ ਰਾਜੇ, ਉਹ ਇਸਲਾਮ ਨੂੰ ਮੰਨਦੇ ਆ, ਠੀਕ ਹੈ ਜੀ। ਤਾਂ ਸੂਫੀ ਕਾਵ ਦੀ ਜਿਹੜੀ ਪਰੰਪਰਾ ਹੈਗੀ ਰਾਜੇ, ਉਹ ਕਹਿੰਦੇ ਜੀ ਇਸਲਾਮੀ ਪ੍ਰਭਾਵ ਦੇ ਹੇਠ ਭਾਰਤ ਵਿੱਚ ਆਈ। ਤਾਂ ਤੁਹਾਨੂੰ ਪਤਾ ਰਾਜੇ, ਜਿਹੜੇ ਜਦੋਂ ਮੁਗਲ ਭਾਰਤ ਦੇ ਵਿੱਚ ਆਏ ਸੀਗੇ, ਤਾਂ ਜਿਹੜੇ ਮੁਗਲ ਸੀਗੇ ਉਹ ਰਾਜੇ ਕਿਹਦੇ ਨਾਲ ਸੰਬੰਧਿਤ ਸੀਗੇ? ਮੁਸਲਮਾਨ ਸੀਗੇ, ਉਹ ਇਸਲਾਮ ਨਾਲ ਸੰਬੰਧਿਤ ਸੀਗੇ। ਤਾਂ ਉਹਨਾਂ ਦੇ ਪ੍ਰਭਾਵ ਦੇ ਹੇਠ ਕਿਦੋਂ ਆਈ? ਭਾਰਤ ਦੇ ਵਿੱਚ ਆਈ, ਠੀਕ ਹੈ ਜੀ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਰਾਜੇ, ਕਹਿੰਦੇ ਆ ਜੀ ਸੂਫੀ ਕਿਸ ਨੂੰ ਕਹਿੰਦੇ ਆ। ਦੇਖੋ, ਜਿਹੜਾ ਸ਼ਬਦ ਹੈਗਾ ਸੂਫੀ, ਸੂਫੀ ਸ਼ਬਦ ਦਾ ਮਤਲਬ ਹੈ ਕੀ ਹੈ, ਇਹਦੇ ਬਾਰੇ ਪਰ ਬਹੁਤ ਸਾਰੇ ਮਤਭੇਦ ਮਿਲਦੇ ਆ। ਹਰੇਕ ਜਿਹੜਾ ਵਿਦਵਾਨ ਹੈਗਾ, ਇਤਿਹਾਸਕਾਰ ਹੈਗਾ, ਉਹਦੇ ਆਪਣੇ ਆਪਣੇ ਵਿਚਾਰ ਨੇ। ਤਾਂ ਐਗਜ਼ਾਮ ਦੇ ਵਿੱਚ ਤੁਹਾਨੂੰ ਨਹੀਂ ਪੁੱਛਿਆ ਜਾਊਗਾ, ਜੇ ਪੁੱਛਿਆ ਵੀ ਜਾਊਗਾ ਤਾਂ ਤੁਸੀਂ ਕੀ ਆਨਸਰ ਲਾਉਣਾ, ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ, ਠੀਕ ਹੈ। ਤਾਂ ਸੂਫੀ ਜਿਹੜਾ ਸ਼ਬਦ ਹੈਗਾ ਰਾਜੇ, ਇਹਦੇ ਬਾਰੇ ਕਾਫੀ ਸਾਰੇ ਮਤਭੇਦ ਨੇ। ਕਈ ਜਿਹੜੇ ਵਿਦਵਾਨ ਹੈ ਉਹ ਕਹਿੰਦੇ ਆ ਜੀ ਜਿਹੜਾ ਇਹ ਸ਼ਬਦ ਬਣਿਆ, ਇਹ ਕਿੱਥੋਂ ਬਣਿਆ ਰਾਜੇ? ਇਹ ਬਣਿਆ ਜੀ ਫਿਲਸੂਫ ਤੋਂ ਬਣਿਆ। ਫਿਲਸੂਫ ਦਾ ਮਤਲਬ ਕੀ ਹੈ? ਜਿਹਦਾ ਭਾਵ ਹੁੰਦਾ ਫਿਲਾਸਫੀ, ਠੀਕ ਹੈ ਜੀ। ਇੱਕ ਫਾਰਸੀ ਦਾ ਸ਼ਬਦ ਹੈ ਫਲਸਫ, ਫਲਸਫ ਤੋਂ ਬਣਿਆ, ਜਿਹਦਾ ਭਾਵ ਕੀ ਹੈ? ਫਿਲਾਸਫੀ, ਠੀਕ ਹੈ ਜੀ। ਕਈ ਹੁਣ ਕੀ ਲੋਕ ਕਹਿੰਦੇ ਰਾਜੇ, ਕਈ ਵਿਦਵਾਨਾਂ ਦਾ ਕਹਿਣਾ ਹੈਗਾ ਜਿਹੜਾ ਸੂਫੀ ਸ਼ਬਦ ਹੈ ਰਾਜੇ, ਇਸ ਨੂੰ ਸੂਫੀ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਸੂਫ ਦਾ ਲਿਬਾਸ ਪਹਿਨਦਾ ਹੈ, ਠੀਕ ਹੈ ਜੀ। ਸੂਫ ਹੁੰਦਾ ਉੱਨ ਦਾ, ਖੱਦਰ ਦਾ, ਉਹ ਮੈਂ ਅੱਗੇ ਜਾ ਕੇ ਦੱਸਦਾ, ਠੀਕ ਹੈ ਜੀ। ਤਾਂ ਇਸ ਕਰਕੇ ਉਹਨਾਂ ਨੂੰ ਕੀ ਕਹਿੰਦੇ ਆ? ਸੂਫੀ ਕਹਿੰਦੇ ਆ। ਹੁਣ ਕੁਝ ਜਿਹੜੇ ਵਿਦਵਾਨ ਹੈਗੇ ਰਾਜੇ, ਉਹ ਕੀ ਕਹਿੰਦੇ ਆ? ਕੁਝ ਵਿਦਵਾਨ ਕਹਿ ਲਓ ਜਿਹੜੇ ਬਹੁਤ ਜ਼ਿਆਦਾ ਇਤਿਹਾਸਕਾਰ ਹੋਏ ਨੇ, ਜਿਵੇਂ ਬੁੱਲ ਕਾਸਿਮ ਅਲਕ ਸ਼ਾਇਰੀ, ਉਹਨਾਂ ਦੇ ਅਨੁਸਾਰ ਕਹਿੰਦੇ ਜੀ ਸੂਫੀ ਸ਼ਬਦ ਕੀ ਹੈ? ਇੱਕ ਅਰਬੀ ਭਾਸ਼ਾ ਹੈ। ਤਾਂ ਇੱਕ ਚੀਜ਼ ਯਾਦ ਰੱਖਿਓ ਰਾਜੇ, ਜਿਸ ਨੂੰ ਪੁੱਛੂਗਾ ਕਿ ਸੂਫੀਵਾਦ ਦਾ ਜਿਹੜਾ ਜਨਮ ਹੈਗਾ ਉਹ ਕਿੱਥੋਂ ਹੋਇਆ ਰਾਜੇ, ਤਾਂ ਅਰਬ ਤੋਂ ਹੋਇਆ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਇਹ ਕੁਐਸਚਨ ਆ ਸਕਦਾ ਤੁਹਾਨੂੰ। ਤਾਂ ਕਹਿੰਦਾ ਜੀ ਜਿਹੜਾ ਸ਼ਬਦ ਆਇਆ, ਕਹਿੰਦਾ ਅਰਬੀ ਭਾਸ਼ਾ ਦੇ ਇੱਕ ਸ਼ਬਦ ਹੈਗਾ ਜੀ ਸਫਵ, ਸਫਵ ਧਾਤੂ ਤੋਂ ਨਿਕਲਿਆ। ਉਹਦਾ ਮਤਲਬ ਕੀ ਹੁੰਦਾ ਹੈ? ਸੰਸ਼ੋਧਨ ਕਰਨਾ, ਪਵਿੱਤਰ ਕਰਨਾ, ਸਾਫ਼ ਕਰਨਾ। ਕਹਿਣ ਦਾ ਮਤਲਬ ਕਿ ਆਪਣੇ ਮਨ ਨੂੰ ਪਵਿੱਤਰ ਕਰਨਾ। ਜਦੋਂ ਬੰਦੇ ਦਾ ਮਨ ਪਵਿੱਤਰ ਹੋ ਜਾਊਗਾ ਤਾਂ ਆਟੋਮੈਟਿਕਲੀ ਕੀ ਹੋ ਜਾਊਗਾ, ਠੀਕ ਹੈ ਜੀ, ਉਹ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਊਗਾ ਆਤਮਾ ਦਾ, ਜੇ ਸਾਡਾ ਮਨ ਪਵਿੱਤਰ ਹੋ ਜਾਵੇ, ਸਾਡਾ ਮਨ ਸਾਫ਼ ਹੋ ਜਾਵੇ। ਤਾਂ ਇਸ ਤੋਂ ਇਲਾਵਾ ਜਿਹੜੇ ਹੋਰ ਵਿਦਵਾਨ ਹੈਗੇ, ਜਿਵੇਂ ਨਿਕਲਸਨ ਹੈਗਾ, ਨਿਕਲਸਨ ਕੀ ਕਹਿੰਦਾ ਜੀ? ਕਹਿੰਦਾ ਜਿਹੜਾ ਇਹ ਸ਼ਬਦ ਹੈਗਾ ਇਹ ਯੂਨਾਨੀ ਭਾਸ਼ਾ ਦੇ ਸ਼ਬਦ, ਕਹਿੰਦਾ ਸੁਫੋਸ ਤੋਂ ਬਣਿਆ। ਸੁਫੋਸ ਦਾ ਮਤਲਬ ਹੁੰਦਾ ਬੁੱਧੀ, ਠੀਕ ਹੈ ਜੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਬੁੱਧੀਮਾਨ ਜਾਂ ਬੁੱਧੀ ਕਹਿ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਹਰੇਕ ਇਤਿਹਾਸਕਾਰ, ਹਰੇਕ ਵਿਦਵਾਨ ਨੇ ਆਪਣੀ ਬੁੱਧੀ ਦੇ ਅਨੁਸਾਰ ਉਹਦਾ ਕੀਤੀ ਹੈ ਪਰਿਭਾਸ਼ਾ ਦਿੱਤੀ ਹੈ, ਕਿਹਦੀ? ਸੂਫੀ ਸ਼ਬਦ ਦੀ। ਪਰ ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਊਗਾ ਰਾਜੇ, ਜਿਹੜਾ ਸਭ ਤੋਂ ਅਥੈਂਟੀਕੇਟ ਸੋਰਸ ਹੈ ਉਹ ਜਿਹੜਾ ਮੰਨਿਆ ਜਾਂਦਾ ਰਾਜੇ, ਉਹ ਆ ਮੰਨਿਆ ਜਾਂਦਾ ਹੈ। ਕਿਉਂਕਿ ਜਿਹੜਾ ਸੂਫੀਵਾਦ ਹੈ, ਸੂਫੀਵਾਦ ਦਾ ਜਿਹੜਾ ਜਨਮ ਹੋਇਆ ਕਿੱਥੋਂ ਹੋਇਆ ਰਾਜੇ? ਇਸਲਾਮ ਤੋਂ ਹੋਇਆ। ਤਾਂ ਇਸਲਾਮ ਦੇ ਜਿੰਨੇ ਵੀ ਪੈਰੋਕਾਰ ਨੇ, ਵਿਦਵਾਨ ਨੇ, ਉਹ ਕੀ ਮੰਨਦੇ ਨੇ? ਕਹਿੰਦੇ ਜੀ, ਕਹਿੰਦੇ ਸੂਫੀ ਸ਼ਬਦ ਜਿਹੜਾ ਹੈਗਾ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹਨੂੰ ਕਹਿ ਦਿੰਦੇ ਸੂਫ। ਸੂਫ, ਸੂਫ ਦਾ ਮਤਲਬ ਕੀ ਹੈ? ਪਸ਼ਮ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਖੱਦਰ, ਠੀਕ ਹੈ, ਜਿਹਨੂੰ ਪੰਜਾਬੀ ਦੇ ਵਿੱਚ ਪਸ਼ਮ ਵੀ ਕਹਿ ਦਿੰਦੇ ਆ, ਜਾਂ ਫਿਰ ਉੱਨ ਜਾਂ ਖੱਦਰ। ਤਾਂ ਜਿਹੜੇ ਲੋਕ ਸੀਗੇ, ਜਿਹੜੇ ਸੂਫੀ ਲੋਕ ਸੀਗੇ, ਉਹ ਉੱਨ ਜਾਂ ਖੱਦਰ ਦੇ ਕੱਪੜੇ ਪਹਿਨਦੇ ਸੀਗੇ, ਇਸ ਕਰਕੇ ਉਹਨਾਂ ਨੂੰ ਕੀ ਕਹਿ ਦਿੰਦੇ ਆ? ਸੂਫੀ।
ਤਾਂ ਸੂਫੀ ਕਿੱਥੋਂ ਬਣਿਆ? ਸੂਫ ਸ਼ਬਦ ਤੋਂ ਬਣਿਆ। ਤੇ ਸੂਫ ਸ਼ਬਦ ਕਿਹਦਾ ਰਾਜੇ? ਅਰਬੀ ਭਾਸ਼ਾ ਦਾ ਸ਼ਬਦ ਹੈ। ਤੁਸੀਂ ਇਹ ਆਨਸਰ ਲਾ ਸਕਦੇ ਹੋ ਜੇ ਤੁਹਾਨੂੰ ਪੁੱਛਿਆ ਜਾਊਗਾ। ਠੀਕ ਹੈ, ਤਾਂ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਹੁਣ ਗੱਲ ਕਰਦੇ ਆ, ਕਹਿੰਦਾ ਜੀ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਹੋਏ ਨੇ ਇਸਲਾਮ ਧਰਮ ਦੇ ਵਿੱਚ, ਇਹਨਾਂ ਦਾ ਬਹੁਤ ਮਹਾਨ ਦਰਜਾ। ਕਹਿੰਦੇ ਜੀ ਉਹਨਾਂ ਦੇ ਟਾਈਮ ਦੇ ਜਿਹੜੇ ਦਰਵੇਸ਼ ਲੋਕ ਹੁੰਦੇ ਸੀਗੇ, ਦਰਵੇਸ਼ ਕੌਣ? ਜਿਹੜੇ ਕਿ ਤਿਆਗੀ ਲੋਕ ਕਹਿ ਸਕਦੇ ਆ ਆਪਾਂ। ਠੀਕ ਹੈ, ਜਿਹੜੇ ਦੁਨੀਆਦਾਰੀ ਦਾ ਤਿਆਗ ਕਰ ਦਿੰਦੇ ਆ। ਤਾਂ ਕਹਿੰਦੇ ਜੀ ਜਿਹੜੇ ਦਰਵੇਸ਼ ਲੋਕ ਸੀਗੇ ਉਹ ਮਸਜਿਦਾਂ ਤੋਂ ਬਾਹਰ ਲੇਟੇ ਰਹਿੰਦੇ ਸੀਗੇ ਤੇ ਬਹੁਤ ਹੀ ਸਿੰਪਲ ਤੇ ਸਰਲ ਜੀਵਨ ਬਤੀਤ ਕਰਦੇ ਸੀਗੇ, ਤੇ ਇਹਨਾਂ ਨੂੰ ਹੀ ਸੂਫੀ ਸ਼ਬਦ ਹੋਂਦ ਵਿੱਚ ਆਇਆ। ਕਹਿੰਦਾ ਮਤਲਬ ਕਿ ਉਹ ਸਿੰਪਲ ਰਹਿੰਦੇ ਸੀਗੇ, ਸਬਰ ਵਾਲੇ ਸੀਗੇ, ਸੰਤੋਖ ਵਾਲੇ ਸੀਗੇ, ਉਹਨਾਂ ਕਰਕੇ ਕਹਿੰਦੇ ਜੀ ਇਹ ਸ਼ਬਦ ਹੋਂਦ ਵਿੱਚ ਆਇਆ। ਤਾਂ ਇਹ ਅਲੱਗ-ਅਲੱਗ ਕੀ ਨੇ? ਵਿਚਾਰਧਾਰਾ ਨੇ ਰਾਜੇ ਸੂਫੀ ਸ਼ਬਦ ਦੇ ਪ੍ਰਤੀ। ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਪੰਜਾਬੀ ਸਾਹਿਤ ਦੇ ਵਿੱਚ ਇਹਦਾ ਕੀ ਯੋਗਦਾਨ ਹੈ ਰਾਜੇ ਸੂਫੀ ਦਾ, ਤਾਂ ਜੋ ਆਪਾਂ ਪੜ੍ਹ ਰਹੇ ਹਾਂ ਆਪਣੇ ਸਿਲੇਬਸ ਦੇ ਵਿੱਚ ਤਾਂ ਪਾਇਆ ਗਿਆ ਕਿਉਂਕਿ ਆਪਣਾ ਸਿਲੇਬਸ ਕੀ ਹੈ? ਪੰਜਾਬ ਹਿਸਟਰੀ ਐਂਡ ਕਲਚਰ। ਤਾਂ ਕਲਚਰ ਦੇ ਵਿੱਚ ਕੀ ਆ ਜਾਂਦਾ? ਆਪਣਾ ਪੰਜਾਬੀ ਸਾਹਿਤ ਆ ਜਾਂਦਾ ਹੈ। ਤਾਂ ਪੰਜਾਬੀ ਸਾਹਿਤ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿਹਦਾ? ਸੂਫੀ ਕਾਵਿ ਦਾ। ਠੀਕ ਹੈ ਜੀ, ਤਾਂ ਇਹ ਕੁਐਸਚਨ ਐਕਸਾਈਜ਼ ਇੰਸਪੈਕਟਰ ਪਿਛਲੇ ਤੋਂ ਪਿਛਲੇ ਐਕਸਾਈਜ਼ ਇੰਸਪੈਕਟਰ ਦੇ ਵਿੱਚ ਆਇਆ ਸੀਗਾ, ਉਹ ਵੀ ਤੁਹਾਨੂੰ ਮੈਂ ਕੁਐਸਚਨ ਵੀ ਦਿਖਾ ਕੇ ਜਾਊਂਗਾ ਕੀ ਆਇਆ ਸੀਗਾ। ਹੁਣ ਕਹਿੰਦੇ ਆ ਜੀ ਜਿਹੜਾ ਸੂਫੀ ਕਾਵਿ ਹੈ ਰਾਜੇ, ਕਹਿੰਦੇ ਜੀ ਇੱਕ ਪਰੰਪਰਾਗਤ ਕਾਵਿ ਸੰਪਰਦਾ ਹੈ ਜੋ ਕਿ ਸੂਫੀ ਸਿਧਾਂਤ ਤੇ ਆਧਾਰਿਤ ਹੈ। ਤਾਂ ਕਹਿਣ ਦਾ ਮਤਲਬ ਇਹ ਆਪਣੇ ਆਪ ਦੇ ਵਿੱਚ ਕੀ ਹੈ? ਇੱਕ ਸੰਪਰਦਾ ਹੈ। ਠੀਕ ਹੈ ਜੀ, ਸੰਪਰਦਾ ਹੁੰਦਾ ਕੋਈ, ਜਿਵੇਂ ਆਪਾਂ ਕਹਿ ਸਕਦੇ ਹਾਂ ਸੰਪਰਦਾ ਨੂੰ ਜਿਵੇਂ ਆਪਾਂ ਕਹਿ ਦਈਏ ਕਿ ਕੋਈ ਚੱਲਦੀ ਆ ਰਹੀ, ਜਿਵੇਂ ਆਪਣਾ ਜਿਵੇਂ ਸਿੱਖ ਧਰਮ ਹੈ, ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਹੋਇਆ। ਠੀਕ ਹੈ ਜੀ, ਉਹ ਇੱਕ ਸੰਪਰਦਾ ਆਪਣੀ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਅਲੱਗ-ਅਲੱਗ ਸੰਪਰਦਾਵਾਂ ਹੁੰਦੀਆਂ ਨੇ। ਤਾਂ ਇਹ ਜਿਹੜੀ ਕਹਿੰਦੇ ਜੀ ਸੂਫੀ ਕਾਵਿ ਵੀ ਕੀ ਆਪਣੇ ਆਪ ਦੇ ਵਿੱਚ ਇੱਕ ਸੰਪਰਦਾ ਹੈ ਜਿਹੜੀ ਕਿ ਸੂਫੀ ਸਿਧਾਂਤ ਦੇ ਉੱਤੇ ਆਧਾਰਿਤ ਹੈ। ਤਾਂ ਸੂਫੀ ਸਿਧਾਂਤ ਇਹ ਮੰਨਦੇ ਆ ਜੀ। ਸੂਫੀ ਸਿਧਾਂਤ ਹੁੰਦਾ ਕੀ ਹੈ ਰਾਜੋ? 5 ਤਰ੍ਹਾਂ ਦੇ ਸਿਧਾਂਤ ਹੁੰਦੇ ਆ। ਨਮਾਜ਼ ਪੜ੍ਹਨਾ 5 ਟਾਈਮ ਤੇ ਵੱਖਰੇ ਵੱਖਰੇ ਹੁੰਦੇ। ਚਲੋ ਉਹ ਆਪਾਂ ਨੇ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗਾ। ਉਹ ਪਹਿਲਾਂ ਮੈਂ ਪੜ੍ਹਾਉਣ ਲੱਗਾ ਸੀ ਬਟ ਫਿਰ ਮੈਨੂੰ ਲੱਗਾ ਕਿ ਜ਼ਿਆਦਾ ਡਿਟੇਲ ਦੇ ਵਿੱਚ ਚਲੇ ਜਾਵਾਂਗੇ ਆਪਾਂ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਰਾਜੇ ਜਿਹੜੇ ਸੂਫੀ ਕਾਵਿ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਹੋਏ ਆ, ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦਾ ਨਾਮ ਆਉਂਦਾ, ਸ਼ੇਖ ਫਰੀਦ ਜੀ। ਸ਼ਾਹ ਹੁਸੈਨ ਦਾ ਨਾਮ ਆਉਂਦਾ, ਸੁਲਤਾਨ ਬਾਹੂ ਦਾ, ਸ਼ਾਹ ਸ਼ਰਫ ਦਾ, ਮੀਆਂ ਬੇਦ, ਬੁੱਲੇ ਸ਼ਾਹ, ਅਲੀ ਹੈਦਰ, ਫਰਦ ਫਕੀਰ, ਹਾਸ਼ਮ ਸ਼ਾਹ, ਗੁਲਾਮ ਫਰੀਦ ਤੇ ਹੋਰ ਜਿਹੜੇ ਸੂਫੀ ਕਵੀ ਹੈਗੇ ਉਹਨਾਂ ਨੇ ਸੂਫੀ ਕਾਵਿ ਲਿਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹਨਾਂ ਵਿੱਚੋਂ ਤੁਸੀਂ ਬਹੁਤਿਆਂ ਨੂੰ ਜਾਣਦੇ ਹੋਵੋਗੇ, ਬਹੁਤਿਆਂ ਨੂੰ ਨਹੀਂ ਜਾਣਦੇ। ਤਾਂ ਆਪਾਂ ਕੱਲਾ ਕਰਕੇ ਸਾਰੇ ਪੜਾਂਗੇ ਜਿਹੜੇ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਸਾਰੇ ਪੜ੍ਹਨ ਦੀ ਜ਼ਰੂਰਤ ਨਹੀਂ, ਮਤਲਬ ਜੋ ਆਪਣੇ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸਿਸ ਨੇ। ਤਾਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਕਾਵਿ ਸ਼ਬਦ ਦਾ ਮਤਲਬ ਕੀ ਹੈ? ਸੂਫੀ ਸ਼ਬਦ ਦਾ ਮਤਲਬ ਤੁਹਾਨੂੰ ਮੈਂ ਦੱਸਤਾ ਰਾਜੇ। ਕਾਵਿ ਸ਼ਬਦ ਦਾ ਮਤਲਬ ਕੀ ਹੈ? ਕਾਵਿ ਦਾ ਅਰਥ ਕੀ ਹੈ? ਕਾਵਿ ਦਾ ਅਰਥ ਹੁੰਦਾ ਕੋਈ ਚੀਜ਼ ਦੀ ਸਿਰਜਣਾ ਕਰਨੀ। ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਾਵਿ ਸ਼ਬਦ ਦਾ ਅਰਥ ਕੀ ਹੈ? ਇੱਕ ਸਿਰਜਣਾਤਮਕ ਸੁੰਦਰ ਵਿਚਾਰ ਕਹਿ ਸਕਦੇ ਹਾਂ, ਤਾਂ ਜਾਂ ਜਿਹਨੂੰ ਆਪਾਂ ਸ਼ਾਨਦਾਰ ਢੰਗ ਦੇ ਨਾਲ ਕੋਈ ਪੇਸ਼ ਕੀਤੀ ਗਈ ਇੱਕ ਸੂਖਮ ਕਲਾ, ਜਿਸ ਦਾ ਉਦੇਸ਼ ਕੀ ਹੁੰਦਾ ਹੈ? ਸੁਹਾਵਣਾ ਸਵਾਦ ਪੈਦਾ ਕਰਨਾ ਤੇ ਸਵੱਛ ਜੀਵਨ ਲਈ ਪ੍ਰੇਰਿਤ ਕਰਨਾ। ਤਾਂ ਕਹਿਣ ਦਾ ਮਤਲਬ ਕਾਵਿ ਦਾ ਅਰਥ ਹੈਗਾ ਜਿਹਨੂੰ ਪੜ੍ਹ ਕੇ ਆਪਣੇ ਮਨ ਦੇ ਵਿੱਚ ਕੀ ਇੱਛਾ ਜਾਗੇ, ਆਪਣੇ ਜੀਵਨ ਵਾਸਤੇ ਆਪਾਂ ਪ੍ਰੇਰਿਤ ਹੋਈਏ, ਢਹਿੰਦੀ ਕਲਾ 'ਚ ਨਾ ਰਹੀਏ, ਚੜ੍ਹਦੀ ਕਲਾ ਦੇ ਵਿੱਚ ਹੋ ਜਾਈਏ। ਠੀਕ ਹੈ, ਜਿਹਦੇ ਵਿੱਚ ਆਪਣਾ ਕੋਈ ਉਦੇਸ਼ ਹੋਊਗਾ ਆਪਣੀ ਜ਼ਿੰਦਗੀ ਜੀਣ ਦਾ, ਪਰਮਾਤਮਾ ਨੂੰ ਪਾਉਣ ਦਾ, ਤਾਂ ਉਹਨੂੰ ਕਹਿ ਦਿੰਦੇ ਆ ਜੀ ਕਾਵਿ। ਹੁਣ ਕਹਿੰਦੇ ਆ ਜੀ ਬਾਬਾ ਫਰੀਦ ਜੀ ਨੂੰ ਪੰਜਾਬੀ ਦਾ ਸਭ ਤੋਂ ਪਹਿਲੇ ਸੂਫੀ ਕਵੀ ਮੰਨਿਆ ਜਾਂਦਾ ਹੈ। ਇਹ ਕੁਐਸਚਨ ਆ ਸਕਦਾ ਹੈ ਤੁਹਾਨੂੰ ਜਦੋਂ ਮੈਂ ਬਾਬਾ ਫਰੀਦ ਜੀ ਕਰਾਊਂਗਾ ਡਿਟੇਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਉੱਥੇ ਪੜ੍ਹ ਲਿਓ ਵੀ ਕੁਐਸਚਨ ਕਿਵੇਂ ਆਊਗਾ। ਤਾਂ ਯਾਦ ਰੱਖਿਓ ਬਾਬਾ ਫਰੀਦ ਜੀ ਨੂੰ ਪੰਜਾਬੀ ਦੇ ਸਭ ਤੋਂ ਪਹਿਲੇ ਸੂਫੀ ਕਵੀ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ ਕਿ ਮੁਸਲਮਾਨਾਂ ਦੀ ਆਮਦ ਦੇ ਨਾਲ ਹੀ ਸੂਫੀ ਮਤ ਪੰਜਾਬ ਦੇ ਵਿੱਚ ਆਇਆ ਸੀਗਾ। ਜਦੋਂ ਮੁਗਲ ਆਏ ਸੀ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਹੀ ਆਇਆ ਸੀਗਾ। ਤਾਂ ਇਸ ਕਾਲ ਦੇ ਜਿਹੜੇ ਕਵੀ ਹੈਗੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ, ਜਿਵੇਂ ਸ਼ਾਹ ਹੁਸੈਨ ਹੋ ਗਿਆ, ਸੁਲਤਾਨ ਬਾਹੂ ਹੋ ਗਿਆ, ਸ਼ਾਹ ਸ਼ਰਫ ਹੋ ਗਿਆ। ਠੀਕ ਹੈ, ਬਾਬਾ ਫਰੀਦ ਜੀ ਹੋ ਗਏ। ਇਹ ਆਪਾਂ ਪੜਾਂਗੇ ਅੱਜ ਦੀ ਵੀਡੀਓ ਦੇ ਵਿੱਚ। ਤਾਂ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਪੜਾਂਗੇ ਜੀ ਬਾਬਾ ਸ਼ੇਖ ਫਰੀਦ ਜੀ ਬਾਰੇ, ਜਿਹਨੂੰ ਤੁਸੀਂ ਸ਼ੇਖ ਫਰੀਦ ਜੀ ਵੀ ਕਹਿੰਦੇ ਹੋ। ਫਰੀਦਕੋਟ ਵਿਖੇ ਇਹਨਾਂ ਦੀ ਦਰਗਾਹ ਵੀ ਹੈਗੀ ਹੈ। ਠੀਕ ਹੈ ਜੀ, ਤਾਂ ਗੱਲ ਕਰਦੇ ਹਾਂ ਜੀ ਬਾਬਾ ਸ਼ੇਖ ਫਰੀਦ ਜੀ ਬਾਰੇ। ਹੁਣ ਇਹਨਾਂ ਦਾ ਪੂਰਾ ਨਾਮ ਕੀ ਸੀਗਾ, ਕਿਹੜੀ ਸੰਪਰਦਾ ਦੇ ਨਾਲ ਇਹ ਸੰਬੰਧਿਤ ਸੀਗੇ, ਇਹਨਾਂ ਨੇ ਕਿਹੜੇ ਸ਼ਲੋਕ ਲਿਖੇ, ਕਿੰਨੇ ਇਹਨਾਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਇਹ ਸਾਰਾ ਕੁਝ ਆਪਣੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਤਾਂ ਚਲੋ ਜੀ ਆਪਾਂ ਪੜ੍ਹਦੇ ਹਾਂ ਰਾਜੇ। ਸਭ ਤੋਂ ਪਹਿਲਾਂ ਇਹਨਾਂ ਦਾ ਪੂਰਾ ਨਾਮ ਕੀ ਸੀਗਾ ਰਾਜੇ? ਤਾਂ ਕਈ ਬੁੱਕ ਦੇ ਵਿੱਚ ਅੱਗੇ ਪਿੱਛੇ ਹੁੰਦਾ ਨਾਮ, ਕੋਈ ਚੱਕਰ ਨਹੀਂ। ਜਿਹੜਾ ਮੈਂ ਲਿਖ ਰਿਹਾ 101% ਅਥੈਂਟਿਕੇਟ ਸੋਰਸ ਤੋਂ ਚੱਕਿਆ। ਕਹਿੰਦੇ ਜੀ ਫਰੀਦ ਉਦ ਦੀਨ ਮਸਊਦ ਸ਼ਕਰਗੰਜ। ਕਈ ਜਗ੍ਹਾ ਤੇ ਗੰਜ ਸ਼ੱਕਰ ਰੱਖਿਆ ਹੋਇਆ, ਤਾਂ ਉਹਦਾ ਮੀਨਿੰਗ ਇੱਕ ਹੀ ਹੈ। ਸ਼ਕਰਗੰਜ ਜਿਹੜਾ ਪਾਇਆ ਸੀਗਾ ਇਹਨਾਂ ਦੇ ਉਸਤਾਦ ਨੇ ਪਾਇਆ ਸੀ, ਜਾਂ ਕਹਿ ਲਓ ਇਹਨਾਂ ਦੇ ਮੁਰਸ਼ਿਦ ਨੇ ਪਾਇਆ ਸੀ। ਇਹਨਾਂ ਦੀ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ, ਤੇ ਤੁਹਾਨੂੰ ਪਤਾ ਜਿਹੜੀ ਸ਼ਕਰਗੰਜੀ ਹੁੰਦੀ ਹੈ ਉਹ ਬੜੀ ਮਿੱਠੀ ਹੁੰਦੀ ਹੈ। ਠੀਕ ਹੈ ਜੀ,
ਤਾਂ ਉਹ ਮਿਠਾਸ ਇਹਨਾਂ ਦੇ ਬੋਲਾਂ ਦੇ ਵਿੱਚ ਸੀਗੀ, ਤਾਂ ਇਹਨਾਂ ਨੂੰ ਸ਼ੱਕਰਗੰਜ ਕਿਹਾ ਜਾਂਦਾ ਹੈ। ਤਾਂ ਇਹਨਾਂ ਦਾ ਪੂਰਾ ਨਾਮ ਹੈ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਰਾਜੇ। ਆਮ ਲੋਕ ਕੀ ਕਹਿੰਦੇ ਨੇ, ਬਾਬਾ ਸ਼ੇਖ ਫਰੀਦ ਜੀ, ਜਾਂ ਤੁਸੀਂ ਇਕੱਲਾ ਬਾਬਾ ਫਰੀਦ ਜੀ ਦੇ ਨਾਮ ਦੇ ਨਾਲ ਉਹਨਾਂ ਨੂੰ ਕੀ ਕਰਦੇ ਹੋ, ਯਾਦ ਕਰਦੇ ਹੋ। ਤਾਂ ਜਿਹੜੇ ਬਾਬਾ ਸ਼ੇਖ ਫਰੀਦ ਜੀ ਹੈਗੇ ਆ, ਉਹ 12ਵੀਂ ਸਦੀ ਦੇ ਕੀ ਹੈ, ਚਿਸ਼ਤੀ ਸਿਲਸਿਲੇ ਦੇ ਸੂਫੀ ਸੰਤ ਨੇ। ਚਿਸ਼ਤੀ ਇੱਕ ਸੰਪਰਦਾ ਹੈ ਜਿਹਦੇ ਨਾਲ ਇਹ ਕੀ ਸੰਬੰਧਿਤ ਸੀਗੇ, ਮੈਂ ਅੱਗੇ ਜਾ ਕੇ ਪੜਾਉਣਾ ਤੁਹਾਨੂੰ। ਤਾਂ ਪਹਿਲਾਂ ਪੂਰਾ ਨਾਮ ਯਾਦ ਹੋ ਗਿਆ। ਆਮ ਨਾਮ ਆਪਾਂ ਨੂੰ ਪਤਾ ਹੀ ਆ ਕੀ ਲੈਂਦੇ ਆ, ਆਪਾਂ ਬਾਬਾ ਫਰੀਦ ਜੀ ਲੈਂਦੇ ਆ, ਸ਼ੇਖ ਫਰੀਦ ਜੀ, ਠੀਕ ਹੈ ਜੀ। ਬਾਬਾ ਫਰੀਦ ਕਹਿ ਦਿੰਦੇ ਆਪਾਂ। ਬਾਬਾ ਫਰੀਦ ਯੂਨੀਵਰਸਿਟੀ ਵੀ ਹੈਗੀ ਹੈ, ਠੀਕ ਹੈ, ਪਿੱਛੇ ਜੇ ਵਾਰਡਨ ਜਨਰਲ ਦੀ ਭਰਤੀ ਹੋਈ ਆ, ਸਾਰੇ ਬੰਦੇ ਜਾਣਦੇ ਹੋਣਗੇ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ। ਤਾਂ ਇਹ ਬਾਬਾ ਫਰੀਦ ਜੀ ਦੀ ਤਸਵੀਰ ਹੈ, ਠੀਕ ਹੈ ਜੀ। ਤਾਂ ਅੱਗੇ ਗੱਲ ਕਰੀਏ ਜੀ, ਜੇ ਉਹਨਾਂ ਦੇ ਜਨਮ ਦੀ ਗੱਲ ਕਰੀਏ ਰਾਜੇ, ਉਹਨਾਂ ਦਾ ਜਨਮ ਜਿਹੜਾ ਮੁਲਤਾਨ ਪਾਕਿਸਤਾਨ ਦੇ ਵਿੱਚ ਹੈ, ਉੱਥੇ ਤੋਂ 10 ਕਿਲੋਮੀਟਰ ਦੂਰ ਇੱਕ ਪਿੰਡ ਹੈਗਾ ਖੋਤਵਾਲ। ਕਈ ਜਗ੍ਹਾ ਤੇ ਖੇਤਵਾਲ ਲਿਖਿਆ ਗਿਆ, ਕਈ ਜਗ੍ਹਾ ਤੇ ਖੋਤਵਾਲ ਲਿਖਿਆ ਗਿਆ। ਤਾਂ ਕੋਈ ਚੱਕਰ ਨਹੀਂ ਹੈਗਾ ਰਾਜੇ, ਪਿੰਡ ਦਾ ਨਾਮ ਯਾਦ ਰੱਖਣਾ, ਖੋਤਵਾਲ ਜਾਂ ਖੇਤਵਾਲ ਯਾਦ ਰੱਖ ਲਿਓ। ਉੱਥੇ ਇਹਨਾਂ ਦਾ ਜਨਮ ਹੋਇਆ ਮੁਲਤਾਨ ਦੇ ਵਿੱਚ। ਉਹ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਹੈਗੀ ਆ, ਉੱਥੇ ਨਾਲ ਹੀ ਪਿੰਡ ਹੈ। ਜਿਹੜੇ ਇਹਨਾਂ ਦੇ ਪਿਤਾ ਜੀ ਉਹਨਾਂ ਦਾ ਨਾਮ ਕੀ ਹੈ, ਜਮਾਲ ਉਦੀਨ ਸੁਲੇਮਾਨ ਸੀਗਾ, ਤੇ ਮਾਤਾ ਜੀ ਦਾ ਨਾਮ ਕੀ ਸੀਗਾ, ਮਰੀਮ, ਠੀਕ ਹੈ ਜੀ, ਮਰੀਮ ਬੀਬੀ, ਠੀਕ ਹੈ ਜੀ। ਜਿਹੜੇ ਮੁਸਲਿਮ ਹੁੰਦੇ ਨੇ ਉਸ ਤਰ੍ਹਾਂ ਲਿਖਦੇ ਨੇ ਮਰੀਮ ਬੀਬੀ। ਤਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਦੱਸਤਾ ਮੈਂ ਤੁਹਾਨੂੰ, ਮਾਤਾ ਜੀ ਦਾ ਨਾਮ ਦੱਸਤਾ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਠੀਕ ਹੈ ਜੀ, ਨੈਕਸਟ ਹੁਣ ਜਿਹੜੀ ਮੇਨ ਗੱਲ ਹੈ ਵੀ ਇਹ ਪੰਜਾਬ ਦੇ ਵਿੱਚ ਕਿਵੇਂ ਆ ਕੇ ਵਸੇ। ਹੁਣ ਪੰਜਾਬ ਰਾਜੇ ਉਸ ਟਾਈਮ ਤੇ ਜਿਹੜਾ ਪੰਜਾਬ ਸੀਗਾ ਇੱਕ ਹੀ ਸੀਗਾ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਹਨਾ। ਤਾਂ ਪੰਜਾਬ ਇੱਕ ਹੀ ਸੀਗਾ ਉਸ ਟਾਈਮ ਤੇ, ਉਦੋਂ ਵੰਡ ਨਹੀਂ ਹੋਈ ਸੀਗੀ। ਇਹ ਤਾਂ 1200 ਸਦੀ ਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਕਹਿੰਦੇ ਜੀ ਬਾਬਾ ਫਰੀਦ ਜੀ ਕਾਬਲ ਦੇ ਜਿਹੜੇ ਬਾਦਸ਼ਾਹ ਸੀਗੇ ਫਰਖ ਸ਼ਾਹ ਆਦਲ ਦੇ ਖਾਨਦਾਨ ਵਿੱਚੋਂ ਸੀਗੇ। ਪਰ ਜਦੋਂ ਕਾਬਲ ਤੇ ਗਜਨੀ ਦਾ ਕਬਜ਼ਾ ਹੋ ਜਾਂਦਾ, ਤੁਹਾਨੂੰ ਪਤਾ ਹੀ ਆ ਗਜਨੀ ਨੇ ਕੀ ਕੁਝ ਕੀਤਾ ਸੀਗਾ। ਗਜਨੀ ਨੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ। ਤਾਂ ਜਦੋਂ ਗਜਨੀ ਦੇ ਅਧੀਨ ਹੋ ਗਿਆ ਕਾਬਲ, ਤਾਂ ਬਾਬਾ ਫਰੀਦ ਜੀ ਦੇ ਜਿਹੜੇ ਦਾਦਾ ਜੀ ਸੀਗੇ, ਇਹਨਾਂ ਦਾ ਨਾਮ ਕੀ ਸੀਗਾ, ਕਾਜੀ ਸੀਗੇ ਉਹ ਮਸਜਿਦ ਦੇ ਵਿੱਚ। ਉਹਨਾਂ ਦਾ ਨਾਮ ਸੀਗਾ ਸ਼ੇਖ ਸੁਐਬ। ਉਹ ਆਪਣੇ ਪਰਿਵਾਰ ਨੂੰ ਲੈ ਕੇ ਕਿੱਥੇ ਆ ਗਏ, ਪੰਜਾਬ ਦੇ ਵਿੱਚ ਆ ਵਸੇ, ਠੀਕ ਹੈ ਜੀ, ਬਾਬਾ ਫਰੀਦ ਜੀ ਦੇ ਦਾਦਾ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਹਦੇ ਵਿੱਚ ਕਹਿੰਦੇ ਜੀ ਬਾਬਾ ਸ਼ੇਖ ਫਰੀਦ ਜੀ ਨੂੰ ਪੰਜਾਬੀ ਦਾ ਪਹਿਲਾ ਸੂਫੀ ਕਵੀ ਅਤੇ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਇਹ ਤੁਹਾਡੇ ਐਗਜ਼ਾਮ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਰਾਜੇ। ਪੰਜਾਬੀ ਸਾਹਿਤ ਦਾ ਪਿਤਾ ਕੌਣ ਹੈ, ਬਾਬਾ ਫਰੀਦ ਜੀ, ਬਾਬਾ ਸ਼ੇਖ ਫਰੀਦ ਜੀ। ਤਾਂ ਯਾਦ ਰੱਖ ਲਿਓ, ਪੰਜਾਬੀ ਦਾ ਪਹਿਲਾ ਸੂਫੀ ਕਵੀ ਵੀ ਬਾਬਾ ਫਰੀਦ ਜੀ ਨੇ, ਤੇ ਪਿਤਾਮਾ ਵੀ ਕੌਣ ਨੇ, ਬਾਬਾ ਸ਼ੇਖ ਫਰੀਦ ਜੀ, ਸਾਹਿਤ ਦੇ ਪਿਤਾਮਾ। ਅੱਗੇ ਗੱਲ ਕਰੀਏ ਰਾਜੇ, ਕਹਿੰਦੇ ਜੀ ਆਪ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਮਰੀਜ਼ ਸੀਗੇ। ਤਾਂ ਕਹਿਣ ਦਾ ਮਤਲਬ ਇਹਨਾਂ ਦੇ ਜਿਹੜੇ ਗੁਰੂ ਸੀਗੇ, ਠੀਕ ਆ, ਉਹ ਕੌਣ ਸੀਗੇ, ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਠੀਕ ਆ। ਕਿਵੇਂ ਮਿਲੇ ਉਹਨਾਂ ਨੂੰ, ਇਹ ਮੈਂ ਅੱਗੇ ਜਾ ਕੇ ਦੱਸਦਾ ਤੁਹਾਨੂੰ। ਇਸ ਤੋਂ ਬਾਅਦ ਅਗਲੀ ਗੱਲ ਕਰੀਏ ਰਾਜੇ, ਇਹ ਜਿਹੜੀ ਸੰਪਰਦਾ ਸੀਗੀ ਚਿਸ਼ਤੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸੀਗੇ। ਚਿਸ਼ਤੀ ਸੰਪਰਦਾ ਕੀ ਹੈ, ਇੱਕ ਚਿਸ਼ਤ ਪਿੰਡ ਹੈ, ਠੀਕ ਹੈ, ਪਾਕਿਸਤਾਨ ਦੇ ਵਿੱਚ। ਤੁਹਾਨੂੰ ਮੈਂ ਦੱਸੂਗਾ ਵੀ ਉਹਦੀ ਸੰਪਰਦਾ ਕਿਹਨੇ ਬਣਾਈ ਸੀਗੀ। ਬਸ ਤੁਸੀਂ ਯਾਦ ਕੀ ਰੱਖਣਾ, ਇਹ ਕਿਹੜੀ ਸੰਪਰਦਾ ਦੇ ਨਾਲ ਸੰਬੰਧਿਤ ਸੀਗੇ, ਚਿਸ਼ਤੀ ਨਾਲ। ਇਹ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਪੀਟਰ ਪਲੱਸ ਬੋਰਡ ਦੇ ਵਿੱਚ। ਅਗਲੀ ਗੱਲ ਕਰੀਏ ਰਾਜੇ, ਕਹਿੰਦੇ ਜੀ ਆਪ ਜੀ ਨੇ ਆਪਣੇ ਜਿਉਂਦੇ ਜੀ ਨਿਜ਼ਾਮੂਦੀਨ ਔਲੀਆ ਨੂੰ ਆਪਣਾ ਉੱਤਰਾਧਿਕਾਰੀ ਸੌਂਪ ਦਿੱਤਾ ਸੀਗਾ। ਤਾਂ ਕਹਿਣ ਦਾ ਮਤਲਬ ਕਿ ਜਿਹੜੀ ਇਹਨਾਂ ਨੂੰ ਗੱਦੀ ਮਿਲੀ ਸੀਗੀ ਚਿਸ਼ਤੀ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਉੱਤਰਾਧਿਕਾਰੀ ਕੌਣ ਬਣਦਾ ਹੈ, ਨਿਜ਼ਾਮੂਦੀਨ ਔਲੀਆ ਬਣਦਾ ਹੈ, ਠੀਕ ਹੈ ਜੀ, ਬਾਬਾ ਫਰੀਦ ਜੀ ਦਾ ਉੱਤਰਾਧਿਕਾਰੀ। ਤਾਂ ਅਗਲੀ ਗੱਲ ਕਰਦੇ ਆ ਰਾਜੇ, ਚਿਸ਼ਤੀ ਸੰਪਰਦਾ ਦਾ ਜਿਹੜਾ ਮੇਨ ਕਹਿੰਦੇ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਰਾਜੇ, ਕਦੋਂ ਹੋਇਆ, ਖਵਾਜਾ ਹਸਨ ਬਸਰੀ ਤੋਂ ਸ਼ੁਰੂ ਹੁੰਦਾ। ਮੰਨਿਆ ਜਾਂਦਾ ਕਿ ਉਹਨਾਂ ਨੇ ਕਹਿੰਦੇ ਫਕੀਰੀ ਦੀ ਜਿਹੜੀ ਗੋਦੜੀ ਹੈਗੀ ਆ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਫਕੀਰੀ ਦੀ ਗੋਦੜੀ ਦਾ ਮਤਲਬ ਹੁੰਦਾ ਕਿ ਫਕੀਰ ਬਣਨਾ, ਠੀਕ ਹੈ, ਜਿਵੇਂ ਆਪਣੀ ਦੁਨੀਆਦਾਰੀ ਤਿਆਗ ਕੇ ਫਕੀਰ ਬਣ ਜਾਂਦੇ ਆ ਨਾ, ਠੀਕ ਹੈ ਜੀ। ਤਾਂ ਇਹ ਜਿਹੜੇ ਇਹਨਾਂ ਦੇ ਮਤਲਬ ਕਿ ਜਿਹੜੀ ਮੇਨ ਚਿਸ਼ਤੀ ਸੰਪਰਦਾ ਸ਼ੁਰੂ ਹੋਈ ਹੈ ਉਹ ਇਦਾਂ ਹੋਈ ਹੈ। ਕਹਿੰਦੇ ਜੀ ਉਹਨਾਂ ਨੇ ਕਹਿੰਦੇ ਪੁਸ਼ਤਾਂ ਦਰ ਪੁਸ਼ਤਾਂ ਕਹਿੰਦੇ ਇੱਕ ਪਿੰਡ ਸੀਗਾ ਚਿਸ਼ਤ ਨੂੰ ਕੀ ਆਪਣਾ ਟਿਕਾਣਾ ਬਣਾ ਕੇ ਰੱਖਿਆ। ਕਿਹਨੇ ਬਣਾ ਕੇ ਰੱਖਿਆ, ਖਵਾਜਾ, ਠੀਕ ਹੈ ਜੀ, ਹਸਨ ਬਸਰੀ ਨੇ। ਇਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਦੀ ਜਿਹੜੀ 14ਵੀਂ ਪੁਸ਼ਤ ਸੀਗੀ ਜਿਹੜੀ ਖਵਾਜਾ ਮੁਈਨਦੀਨ ਨੇ ਚਿਸ਼ਤੀ ਸੰਪਰਦਾ ਦੀ ਨੀਂਹ ਰੱਖੀ, ਜਿਨ੍ਹਾਂ ਨੇ ਮੁਲਤਾਨ ਵਿੱਚ ਆ ਕੇ ਆਪਣੀ ਗੱਦੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਦਿੱਤੀ। ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਆ ਕੌਣ ਨੇ, ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਇਹ ਬਾਬਾ ਫਰੀਦ ਜੀ ਦੇ ਗੁਰੂ। ਤਾਂ ਇਹਨਾਂ ਨੂੰ ਚਿਸ਼ਤੀ ਦੇ ਵਿੱਚ ਜਾ ਕੇ ਇਹਨਾਂ ਨੇ ਬਖਸ਼ਤੀ ਸੀਗੀ ਗੱਦੀ। ਤਾਂ ਇਸ ਤੋਂ ਬਾਅਦ ਫਿਰ ਇੱਕ ਦਿਨ ਇਹਨਾਂ ਨਾਲ ਕਿੱਥੇ ਮੁਲਾਕਾਤ ਹੁੰਦੀ ਹੈ, ਬਾਬਾ ਫਰੀਦ ਜੀ ਦੀ ਮੁਲਾਕਾਤ ਹੁੰਦੀ ਹੈ। ਉਹ ਕਿਵੇਂ ਹੁੰਦੀ ਹੈ, ਕਿਉਂਕਿ ਜਿਹੜਾ ਉਸ ਟਾਈਮ ਤੇ ਜਿਹੜਾ ਮੁਲਤਾਨ ਏਰੀਆ ਸੀਗਾ ਉਹ ਹਿੰਦੁਸਤਾਨ ਦੇ ਵਪਾਰ ਦਾ ਇੱਕ ਮੁੱਖ ਕੇਂਦਰ ਸੀਗਾ, ਠੀਕ ਹੈ, ਜਾਂ ਕਹਿ ਲਓ ਰਾਜਨੀਤੀ ਦਾ ਕਹਿ ਲਓ, ਵਪਾਰ ਦਾ ਕਹਿ ਲਓ, ਇੱਕ ਇਸਲਾਮ ਦਾ ਕਹਿ ਲਓ, ਮੁੱਖ ਕੇਂਦਰ ਸੀਗਾ। ਇੱਥੇ ਦੂਰੋਂ ਦੁਰਾਡੋਂ ਕੌਣ ਆਉਂਦੇ ਸੀਗੇ, ਮੌਲਵੀ ਵੀ ਆਉਂਦੇ ਸੀਗੇ, ਸੂਫੀ ਸੰਤ ਵੀ ਆਉਂਦੇ ਸੀਗੇ, ਮੁਲਤਾਨ ਪਹੁੰਚਦੇ ਸੀਗੇ, ਕਿਉਂਕਿ ਇੱਥੇ ਸ਼ਾਨਦਾਰ ਮਸੀਤਾਂ ਸੀਗੀਆਂ, ਵਿਦਿਆਲੇ ਸੀਗੇ। ਤੁਹਾਨੂੰ ਪਤਾ ਪੁਰਾਣੇ ਟਾਈਮ ਤੇ ਮਸੀਤਾਂ ਦੇ ਵਿੱਚ ਕੀ ਹੁੰਦੇ ਸੀਗੇ, ਸਕੂਲ ਹੁੰਦੇ ਸੀਗੇ। ਤਾਂ ਕਹਿਣ ਦਾ ਮਤਲਬ ਇਹ ਥਾਂ ਬੜੀ ਮਸ਼ਹੂਰ ਸੀਗੀ। ਤਾਂ ਇੱਥੇ ਹੀ ਇੱਕ ਦਿਨ ਕੀ ਹੁੰਦਾ ਰਾਜੇ, ਇਸੇ ਸਥਾਨ ਤੇ ਕਾਕੀ ਜੀ ਦੇ ਨਾਲ ਕਹਿੰਦੇ ਜੀ ਬਾਬਾ ਫਰੀਦ ਜੀ ਦੀ ਕੀ ਹੁੰਦੀ ਹੈ, ਮੁਲਾਕਾਤ ਹੁੰਦੀ ਹੈ, ਮਸਜਿਦ ਦੇ ਵਿੱਚ ਮਿਲਾਪ ਹੁੰਦਾ। ਤਾਂ ਇੱਥੇ ਉਹ ਬਾਬਾ ਫਰੀਦ ਜੀ ਉਹਨਾਂ ਨੂੰ ਕੀ ਕਰ ਲੈਂਦੇ, ਆਪਣਾ ਮੁਰਸ਼ਿਦ ਧਾਰ ਲੈਂਦੇ ਆ, ਗੁਰੂ ਧਾਰ ਲੈਂਦੇ ਆ, ਠੀਕ ਹੈ। ਤੇ ਸਾਰਾ ਕੁਝ ਯਾਦ ਰੱਖਣਾ ਤੁਸੀਂ।
ਹੁਣ ਮੇਨ ਗੱਲ ਜਿਹੜੀ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਹੈ ਰਾਜੇ, ਉਹ ਇਹ ਇੰਪੋਰਟੈਂਟ ਗੱਲ ਹੈ, ਬਾਬਾ ਫਰੀਦ ਜੀ ਨੇ ਕਹਿੰਦੇ ਜੀ ਜੋ ਕਾਵਿ ਰਚਨਾ ਕੀਤੀ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੇ ਅੰਦਰ ਦਰਜ ਹੈ। ਹੁਣ ਕਿੰਨੇ ਸ਼ਲੋਕ ਨੇ ਮਹਾਰਾਜ ਜੀ ਦੇ ਅੰਦਰ? ਤਾਂ ਬਾਬਾ ਫਰੀਦ ਜੀ ਦੇ ਟੋਟਲ 112 ਸ਼ਲੋਕ ਨੇ, ਠੀਕ ਹੈ ਜੀ। 4 ਕੀ ਨੇ? ਸ਼ਬਦ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜੇ ਸ਼ਲੋਕ ਤੇ ਸ਼ਬਦ ਹੈਗੇ ਰਾਜੇ, ਜਿਹੜੇ ਸ਼ਬਦ ਹੈਗੇ 2 ਤਾਂ ਰਾਗ ਆਸਾ ਦੇ ਵਿੱਚ ਹੈ, 2 ਰਾਗ ਸੂਈ ਦੇ ਵਿੱਚ ਹੈ, ਇਹ ਵੀ ਯਾਦ ਰੱਖ ਲਿਓ। ਟੋਟਲ 112 ਸ਼ਲੋਕ ਨੇ, 4 ਸ਼ਬਦ ਨੇ। ਜਿਹੜੇ ਸ਼ਬਦ ਹੈਗੇ ਰਾਜੇ, ਇੱਕ 2 ਤਾਂ ਰਾਗ ਆਸਾ ਦੇ ਵਿੱਚ ਹੈ, 2 ਰਾਗ ਸੂਈ ਦੇ ਵਿੱਚ ਹੈ, ਠੀਕ ਹੈ ਜੀ, ਇਹ ਯਾਦ ਰੱਖ ਲਿਓ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਹੁਣ ਦੇਖੋ ਫਰੀਦ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸ਼ਲੋਕ ਪੜ੍ਹਦੇ ਹਾਂ, ਤੁਸੀਂ ਸਾਰਿਆਂ ਨੇ ਪੜ੍ਹੇ ਹੋਣਗੇ ਫਰੀਦਾ, ਠੀਕ ਹੈ। ਕਾਲੇ ਮਹਿੰਦੇ ਕੱਪੜੇ, ਇਹ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਬਹੁਤ ਮਤਲਬ ਕਿ ਮਸ਼ਹੂਰ ਸ਼ਲੋਕ ਹੈ ਬਾਬਾ ਜੀ ਦਾ। ਵੈਸੇ ਸਾਰੇ ਸ਼ਲੋਕ ਹੀ ਬਹੁਤ ਅੱਛੇ ਨੇ। ਤਾਂ ਦੇਖੋ ਬਾਬਾ ਫਰੀਦ ਜੀ ਦੀ ਜਿਹੜੇ ਸ਼ਲੋਕ ਹੈਗੇ, ਅਗਰ ਆਪਾਂ ਉਹਨਾਂ ਨੂੰ ਪੜ੍ਹੀਏ ਤਾਂ ਉਹਨਾਂ ਵਿੱਚੋਂ ਇੱਕ ਬਹੁਤ ਹੀ ਨਿਮਰਤਾ ਕਹਿ ਲਓ, ਗਰੀਬੀ ਵਾਲਾ ਸੁਭਾਅ ਕਹਿ ਲਓ, ਤਾਂ ਪਤਾ ਲੱਗਦਾ ਬਾਬਾ ਜੀ ਦਾ। ਤਾਂ ਕਹਿੰਦੇ ਜੀ, ਫਰੀਦਾ ਖਾਕ ਨਾ ਨਿੰਦੀਏ, ਖਾਕ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਤਾਂ ਖਾਕ ਦਾ ਮਤਲਬ ਹੁੰਦਾ ਰਾਜੇ ਮਿੱਟੀ। ਬਾਬਾ ਫਰੀਦ ਜੀ ਕਹਿੰਦੇ ਆ ਵੀ ਮਿੱਟੀ ਨੂੰ ਕਦੇ ਨਹੀਂ ਮਾੜਾ ਕਹਿਣਾ ਚਾਹੀਦਾ, ਕਿਉਂਕਿ ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਦੋਂ ਆਪਾਂ ਜਿਉਂਦੇ ਹੁੰਦੇ ਆ, ਮਨੁੱਖ ਜਿਉਂਦਾ ਹੁੰਦਾ ਹੈ, ਤਾਂ ਮਿੱਟੀ ਜਿਹੜੀ ਹੁੰਦੀ ਹੈ ਆਪਣੇ ਪੈਰਾਂ ਦੇ ਥੱਲੇ ਹੁੰਦੀ ਹੈ, ਪਰ ਜਦੋਂ ਮਨੁੱਖ ਮਰ ਜਾਂਦਾ ਤਾਂ ਮਿੱਟੀ ਆਪਣੇ ਉੱਪਰ ਹੁੰਦੀ ਹੈ। ਤੁਹਾਨੂੰ ਪਤਾ ਜਿਹੜੇ ਮੁਸਲਿਮ ਭਾਈਚਾਰਾ ਹੈਗਾ, ਉਹ ਡੈਥ ਹੋਣ ਤੋਂ ਬਾਅਦ ਬੰਦੇ ਨੂੰ ਕੀ ਕਰ ਦਿੰਦੇ, ਕਬਰ ਦੇ ਵਿੱਚ ਦਫਨਾ ਦਿੰਦੇ ਆ, ਤਾਂ ਮਿੱਟੀ ਉੱਤੇ ਪੈ ਜਾਂਦੀ ਹੈ। ਤਾਂ ਉਸ ਦੇ ਅਕੋਰਡਿੰਗ ਉਹ ਕਹਿ ਰਹੇ ਆ ਕਿ ਜਦੋਂ ਬੰਦਾ ਮਰਦਾ ਤਾਂ ਮਿੱਟੀ ਉਹਦੇ ਉੱਤੇ ਪਾਈ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਉਹ ਬਾਬਾ ਫਰੀਦ ਜੀ ਕਹਿੰਦੇ ਆ ਵੀ ਹਮੇਸ਼ਾ ਤੁਸੀਂ ਨਿਮਰ ਸੁਭਾਅ ਰੱਖਣਾ ਚਾਹੀਦਾ, ਗਰੀਬੀ ਵਾਲਾ ਸੁਭਾਅ ਰੱਖਣਾ ਚਾਹੀਦਾ। ਜਿਹੜਾ ਗਰੀਬੀ ਵਾਲਾ ਸੁਭਾਅ ਰੱਖਦਾ ਨਾ ਮਨੁੱਖ, ਉਹ ਹਮੇਸ਼ਾ ਪਰਮਾਤਮਾ ਨੂੰ ਪਾ ਲੈਂਦਾ ਹੈ। ਚਾਹੇ ਦੁਨੀਆਦਾਰੀ ਦੇ ਵਿੱਚ ਸਾਰੇ ਲੋਕ ਉਹ ਤੇ ਰੋਹ ਮਾਰਦੇ ਹੋਣ, ਠੀਕ ਹੈ ਜੀ, ਪਰ ਜਿਹੜੀ ਉਹਦੀ ਅੰਦਰ ਦੀ ਆਤਮਿਕ ਅਵਸਥਾ ਹੁੰਦੀ ਹੈ ਸਭ ਤੋਂ ਉੱਚੀ ਹੁੰਦੀ ਹੈ, ਕਿਉਂਕਿ ਪਰਮਾਤਮਾ ਹਮੇਸ਼ਾ ਨੀਵੇਂ ਬੰਦੇ ਦੇ ਨਾਲ ਜੁੜਿਆ ਹੁੰਦਾ ਹੈ। ਉਹ ਕਹਿੰਦੇ ਨਾ, ਨੀਵਿਆਂ ਰੁੱਖਾਂ ਨੂੰ ਹਮੇਸ਼ਾ ਫਲ ਲੱਗਦੇ ਆ, ਉੱਚਿਆਂ ਨੂੰ ਨਹੀਂ ਲੱਗਦੇਗੇ। ਤਾਂ ਠੀਕ ਹੈ ਜੀ, ਨਿਮਰਤਾ ਰੱਖਿਆ ਕਰੋ ਸਾਰੇ ਜਾਣੇ, ਕਿਸੇ ਦੇ ਕਹਿਣ ਤੇ ਗੁੱਸਾ ਨਾ ਕਰਿਆ ਕਰੋ। ਨੈਕਸਟ ਗੱਲ ਕਰਦੇ ਆ ਜੀ, ਬਾਬਾ ਫਰੀਦ ਜੀ ਨੇ ਕਹਿੰਦੇ ਉਸ ਤੋਂ ਬਾਅਦ ਪਾਕਪਟਨ। ਪਾਕਪਟਨ ਇੱਕ ਪਾਕਿਸਤਾਨ ਦੇ ਵਿੱਚ ਜਗ੍ਹਾ ਹੈਗੀ ਰਾਜੇ, ਉਹਨੂੰ ਕੀ ਰੂਹਾਨੀਅਤ ਦਾ ਕੇਂਦਰ ਬਣਾ ਲਿਆ ਸੀਗਾ। ਤੇ ਦੂਰੋਂ ਦੂਰੋਂ ਲੋਕ ਉਹਨਾਂ ਨਾਲ ਕੀ ਕਰਦੇ ਸੀਗੇ, ਉੱਥੇ ਆ ਕੇ ਵਿਚਾਰ ਵਟਾਂਦਰਾ ਕਰਦੇ ਸੀਗੇ, ਸਿੱਖਿਆ ਹਾਸਲ ਕਰਦੇ ਸੀਗੇ। ਉਹਨਾਂ ਨੇ ਅਰਬੀ ਤੇ ਫਾਰਸੀ ਦੀ ਤਾਲੀਮ ਵੀ ਹਾਸਲ ਕੀਤੀ ਸੀ ਬਾਬਾ ਫਰੀਦ ਜੀ ਨੇ, ਪਰ ਆਮ ਲੋਕਾਂ ਨਾਲ ਉਹ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰਦੇ ਸਨ। ਤੇ ਬਾਬਾ ਫਰੀਦ ਜੀ ਦੀ ਜਿਹੜੀ ਡੈਥ ਹੁੰਦੀ ਹੈ ਰਾਜੇ, ਉਹ ਪਾਕਪਟਨ ਵਿਖੇ ਹੀ ਹੁੰਦੀ ਆ 1266 ਈਸਵੀ ਦੇ ਵਿੱਚ, ਠੀਕ ਹੈ ਜੀ, ਇਹ ਯਾਦ ਰੱਖ ਲਿਓ, ਠੀਕ ਹੈ। ਤਾਂ ਇਹ ਸੀਗਾ ਜੀ ਬਾਬਾ ਫਰੀਦ ਜੀ ਦੀ ਜੀਵਨੀ। ਵੈਸੇ ਤਾਂ ਬਹੁਤ ਵੱਡੀ ਜੀਵਨੀ ਹੈ ਬਾਬਾ ਜੀ ਦੀ, ਆਪਾਂ ਤਾਂ ਬਹੁਤ ਛੋਟੇ ਬੰਦੇ ਆ, ਉਹਨਾਂ ਦੀ ਜੀਵਨੀ ਤੇ ਕੋਈ ਚਾਨਣਾ ਨਹੀਂ ਪਾ ਸਕਦੇ, ਪਰ ਜੋ ਤੁਹਾਡੇ ਐਗਜ਼ਾਮ ਵਾਸਤੇ ਇੰਪੋਰਟੈਂਟ ਸੀਗਾ ਰਾਜੇ, ਉਹ ਤੁਹਾਨੂੰ ਮੈਂ ਕਰਵਾ ਰਿਹਾ। ਮੈਂ ਜ਼ਿਆਦਾ ਤਾਂ ਨਹੀਂ ਕਰਵਾ ਰਿਹਾ ਕਿਉਂਕਿ ਅੱਗੇ ਜਾ ਕੇ ਬਹੁਤ ਜ਼ਿਆਦਾ ਪੜ੍ਹਨੇ ਆਪਾਂ, ਜਿਹੜੇ ਆਪਣੇ ਸੂਫੀ ਕਵੀ ਹੋਏ ਨੇ, ਤੇ ਅੱਗੇ ਹੋਰ ਬਹੁਤ ਕੁਝ ਪੜ੍ਹਨਾ, ਇਸ ਕਰਕੇ ਮੈਂ ਪੁਆਇੰਟ ਟੂ ਪੁਆਇੰਟ ਕਰਵਾ ਰਿਹਾ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾ ਰਿਹਾ, ਠੀਕ ਹੈ ਜੀ। ਤਾਂ ਚਲੋ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜਿਹੜੇ ਸੈਕਿੰਡ, ਅੱਜ ਦੋ ਦੋ ਕਰਕੇ ਪੜਾਂਗੇ ਆਪਾਂ। ਜਿਹੜੇ ਸੈਕਿੰਡ ਹੈਗੇ ਕਵੀ ਹੈਗੇ, ਉਹ ਹੈਗੇ ਜੀ ਸ਼ਾਹ ਹੁਸੈਨ, ਜਿਨ੍ਹਾਂ ਦੀ 1539 ਤੋਂ ਲੈ ਕੇ 1593 ਈਸਵੀ ਤੱਕ ਮੰਨਿਆ ਜਾਂਦਾ ਹੈ ਇਹਨਾਂ ਦਾ ਟਾਈਮ ਪੀਰੀਅਡ। ਤਾਂ ਇੱਥੋਂ ਕੁਐਸਚਨ ਆਇਆ ਸੀਗਾ ਰਾਜੇ, ਠੀਕ ਹੈ ਜੀ, ਉਹ ਮੈਂ ਦੱਸੂਗਾ ਵੀ ਕੁਐਸਚਨ ਕੀ ਆਇਆ ਸੀਗਾ। ਹੁਣ ਗੱਲ ਕਰੀਏ ਸ਼ਾਹ ਹੁਸੈਨ ਦੀ ਰਾਜੇ, ਕਹਿੰਦੇ ਜੀ ਮੁਗਲ ਕਾਲ ਦਾ ਸਭ ਤੋਂ ਪਹਿਲਾ ਤੇ ਸਰਮੌਰ ਕਵੀ ਸੀਗਾ। ਮੁਗਲ ਕਾਲ ਜਦੋਂ ਸਟਾਰਟ ਹੋਇਆ, ਕਹਿਣ ਦਾ ਮਤਲਬ ਮੁਗਲ ਕਾਲ ਦੇ ਦੌਰਾਨ ਇਹ ਬੰਦਾ ਹੋਇਆ ਸੀਗਾ, ਤੇ ਇਹ ਸਭ ਤੋਂ ਸਰਮੌਰ ਕਵੀ ਮੰਨਿਆ ਜਾਂਦਾ ਹੈ। ਇਹਨੂੰ ਸਰਮੌਰ ਕਵੀ ਤਾਂ ਵੀ ਕਹਿ ਦਿੰਦੇ ਆ, ਜਾਂ ਪਹਿਲਾ ਕਵੀ ਤਾਂ ਵੀ ਕਹਿ ਦਿੰਦੇ ਆ, ਉਸ ਟਾਈਮ ਤੇ ਜਿਹੜੀ ਚੱਲਦੀ ਆ ਰਹੀ ਸੀ ਪਰੰਪਰਾ, ਉਹਦੇ ਵਰਖਲਾਫ ਬੋਲਣ ਵਾਲਾ ਇਹ ਪਹਿਲਾ ਬੰਦਾ ਸੀ। ਜਾਂ ਇਸ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਵੀ ਬੋਲਿਆ, ਬਟ ਇਹਨੇ ਬਹੁਤ ਇੱਕ ਅਲੱਗ ਚੱਲ ਕੇ ਬੋਲਿਆ, ਠੀਕ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਆਪਾਂ। ਤਾਂ ਇਹ ਹੈਗੇ ਜੀ ਸ਼ਾਹ ਹੁਸੈਨ ਜੀ, ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ, ਤਸਵੀਰ ਉਹਨਾਂ ਦੀ ਹੈਗੀ ਹੈ। ਤਾਂ ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦੇ ਸ਼ਾਹ ਹੁਸੈਨ ਦਾ ਜਿਹੜਾ ਜਨਮ ਹੋਇਆ ਰਾਜੇ, ਕਿੱਥੇ ਹੋਇਆ? ਲਾਹੌਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਕੀ ਸੀਗਾ? ਸ਼ੇਖ ਉਸਮਾਨ ਢੱਡਾ। ਢੱਡਾ ਕੀ ਹੈ ਰਾਜੇ? ਇੱਕ ਨਾ ਰਾਜਪੂਤ ਜਾਤੀ ਹੈ ਢੱਡਾ, ਠੀਕ ਹੈ ਜੀ। ਪਹਿਲਾਂ ਕੀ ਸੀਗੇ? ਹਿੰਦੂ ਸੀਗੇ, ਬਾਅਦ ਦੇ ਵਿੱਚ ਮੁਸਲਿਮ ਬਣ ਗਏ ਸੀਗੇ ਢੱਡਾ ਜਾਤੀ ਦੇ ਲੋਕ। ਉਹਦਾ ਕਾਰਨ ਕੀ ਸੀਗਾ ਮੈਂ ਦੱਸਦਾ। ਪਰ ਇਹਨਾਂ ਦੇ ਮਾਤਾ ਜੀ ਦਾ ਨਾਮ ਇਤਿਹਾਸ ਦੇ ਵਿੱਚ ਜ਼ਿਕਰ ਦੇ ਵਿੱਚ ਨਹੀਂ ਆਉਂਦਾਗਾ, ਕਿਤੋਂ ਨਹੀਂ ਮਿਲਦਾਗਾ, ਠੀਕ ਹੈ ਜੀ। ਖੋਜਕਾਰਾਂ ਨੇ ਬਹੁਤ ਖੋਜ ਕੀਤੀ ਪਰ ਮਿਲਿਆ ਨਹੀਂ। ਤਾਂ ਕਹਿਣ ਦਾ ਮਤਲਬ ਪਿਤਾ ਜੀ ਦਾ ਨਾਮ ਯਾਦ ਰੱਖਣਾ, ਸ਼ੇਖ ਉਸਮਾਨ ਢੱਡਾ, ਠੀਕ ਹੈ ਜੀ। ਢੱਡਾ ਕੀ ਹੈ ਕਿ ਰਾਜੇ ਰਾਜਪੂਤ ਜਾਤੀ ਸੀਗੀ, ਪਰ ਬਾਅਦ ਦੇ ਵਿੱਚ ਕੀ ਹੋ ਗਏ, ਸਾਰੇ ਮੁਸਲਿਮ ਬਣ ਗਏ। ਕਹਿੰਦੇ ਜੀ ਉਹਨਾਂ ਦੇ ਪਿਤਾ ਸ਼ੇਖ ਉਸਮਾਨ ਹਿੰਦੂ ਰਾਜਪੂਤ ਸੀਗੇ, ਪਰ ਹੁਮਾਯੂੰ ਦੇ ਰਾਜਕਾਲ ਦੇ ਵਿੱਚ ਮੁਸਲਿਮ ਬਣ ਗਏ। ਤਾਂ ਤੁਹਾਨੂੰ ਪਤਾ ਹੀ ਆ ਹੁਮਾਯੂੰ ਕਿੰਨਾ ਕੁ ਦਿਆਲੂ ਸੀਗਾ, ਬਹੁਤ ਕਰੂਰਲ ਕਹਿ ਸਕਦੇ ਹਾਂ ਆਪਾਂ, ਠੀਕ ਹੈ, ਬਹੁਤ ਜ਼ਾਲਮ ਬੰਦਾ ਸੀਗਾ ਹੁਮਾਯੂੰ। ਇਸ ਤੋਂ ਬਾਅਦ ਗੱਲ ਕਰੀਏ ਰਾਜੇ, ਇਹ ਕਿਹੜੀ ਸੰਪਰਦਾ ਦੇ ਨਾਲ ਸੰਬੰਧਿਤ ਨੇ ਰਾਜੇ? ਇਹ ਮਾਲਾਮਤੀ ਤੇ ਕਲੰਦਰੀ ਸੰਪਰਦਾ ਹੋਈ ਹੈ, ਦੋਵਾਂ ਦੇ ਨਾਲ ਰਿਲੇਟਡ ਨੇ। ਕੌਣ? ਸ਼ਾਹ ਹੁਸੈਨ ਜੀ। ਇਹ ਪੁੱਛਿਆ ਜਾ ਸਕਦਾ ਤੁਹਾਨੂੰ ਪੀਟਰ ਪਲੱਸ ਬੋਰਡ ਦੇ ਪੇਪਰ ਦੇ ਵਿੱਚ। ਇਸ ਤੋਂ ਬਾਅਦ ਗੱਲ ਕਰੀਏ ਰਾਜੇ, ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ, ਉਹ ਪਹਿਲਾਂ ਤਾਂ ਵੈਸੇ ਸਿਪਾਹੀ ਸੀਗੇ, ਬਟ ਉਹਨਾਂ ਨੇ ਜਦੋਂ ਇਹ ਮਤਲਬ ਕਿ
ਬਣ ਗਏ ਮੁਸਲਮਾਨ ਤੇ ਇਹਨਾਂ ਨੇ ਜੁਲਾਹੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਹਿਣ ਦਾ ਮਤਲਬ ਕਿ ਜਾਤ ਦੇ ਕੀ ਬਣ ਗਏ, ਜੁਲਾਹੇ ਬਣ ਗਏ। ਤਾਂ ਇਸ ਦਾ ਜਿਹੜਾ ਜ਼ਿਕਰ ਹੈਗਾ ਰਾਜੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ ਵਿੱਚੋਂ ਵੀ ਮਿਲਦਾ ਹੈ ਕਿ ਸ਼ਾਹ ਹੁਸੈਨ ਦੀ ਕਵਿਤਾ ਹੈਗੀ ਹੈ ਜਾਂ ਕਾਫੀ ਕਹਿ ਸਕਦੇ ਆ। ਤਾਂ ਉਹਦੇ ਵਿੱਚ ਕਹਿੰਦੇ ਨੇ ਨਾਉ ਹੁਸੈਨ ਤੇ ਜਾਤ ਜੁਲਾਹਾ, ਆਪਣੇ ਆਪ ਨੂੰ ਕਹਿ ਰਿਹਾ ਨਾਂ ਮੇਰਾ ਹੁਸੈਨ ਹੈ ਤੇ ਜਾਤ ਮੇਰੀ ਜੁਲਾਹਾ ਹੈ। ਕਹਿੰਦੇ ਗਾਲੀਆਂ ਦਿੰਦੀਆਂ ਤਾਣੀਆਂ ਵਾਲੀਆਂ। ਤਾਂ ਇਹਨਾਂ ਮਤਲਬ ਕਿ ਇਹਨਾਂ ਦੀ ਰਚਨਾ ਦੇ ਵਿੱਚੋਂ ਪਤਾ ਚੱਲਦਾ ਕਿ ਇਹਨਾਂ ਦੀ ਜਿਹੜੀ ਜਾਤ ਸੀਗੀ ਜੁਲਾਹਾ ਸੀਗੀ, ਇਹਨਾਂ ਦੇ ਪਿਤਾ ਜੀ ਕੀ ਸੀਗੇ, ਕਿੱਤੇ ਵਜੋਂ ਕੀ ਸੀਗੇ, ਜੁਲਾਹੇ ਸੀਗੇ। ਠੀਕ ਹੈ, ਜੁਲਾਹੇ ਪਤਾ ਨਾ ਕੀ ਹੁੰਦੇ ਆ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਸ਼ਾਇਦ ਘੱਟ ਪਤਾ ਹੋਵੇ। ਜੁਲਾਹੇ ਉਹ ਹੁੰਦੇ ਜਿਹੜੇ ਵਸਤਰ ਬੁਣਦੇ ਨੇ। ਠੀਕ ਹੈ, ਪਿੰਡਾਂ ਦੇ ਵਿੱਚ ਤਾਂ ਪੁਰਾਣੀਆਂ ਬੁੜੀਆਂ ਦਰੀਆਂ ਬੁਣਦੀਆਂ ਸੀਗੀਆਂ, ਸਾਡੇ ਏਰੀਆ 'ਚ ਤਾਂ ਹਜੇ ਵੀ ਮਿਲ ਜਾਂਦਾ। ਬਟ ਇੱਧਰ ਜਿਹੜਾ ਮਾਡਰਨ ਹੈਗਾ ਤੁਹਾਡਾ ਪਟਿਆਲਾ ਸੰਗਰੂਰ ਵਾਲੀ ਸਾਈਡ, ਬਰਨਾਲੇ ਵਾਲੀ ਸਾਈਡ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਮੇਰੇ ਹਿਸਾਬ ਨਾਲ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦੇ ਜੀ ਸ਼ਾਹ ਹੁਸੈਨ ਨੇ 10 ਸਾਲ ਦੀ ਉਮਰ ਦੇ ਵਿੱਚ ਤਕਰੀਬਨ ਕਹਿੰਦੇ ਜੀ ਕੁਰਾਨ ਸ਼ਰੀਫ ਦੇ 6 ਭਾਗ ਯਾਦ ਕਰ ਲਏ ਸੀਗੇ। ਕਹਿਣ ਦਾ ਮਤਲਬ ਬਹੁਤ ਇੰਟੈਲੀਜੈਂਟ ਬੰਦਾ ਸੀਗਾ। ਠੀਕ ਹੈ ਜੀ, ਦਿਮਾਗੀ ਬੰਦਾ ਸੀ ਜਾਂ ਕਹਿ ਸਕਦੇ ਹਾਂ ਇੰਟਰਸਟ ਬਹੁਤ ਸੀਗਾ। ਤਾਂ ਸ਼ਾਹ ਹੁਸੈਨ ਕਹਿੰਦੇ ਜੀ ਪੰਜਾਬੀ ਸੂਫੀ ਕਵੀ ਵੀ ਸੀਗੇ ਤੇ ਸੰਤ ਵੀ ਸੀਗੇ। ਸੰਤ ਕਿਉਂ ਕਿਹਾ ਇਹਨਾਂ ਨੂੰ, ਕਿਉਂਕਿ ਆਪ ਜੀ ਨੇ ਕਹਿੰਦੇ 36 ਸਾਲ ਰਾਵੀ ਦੇ ਕੰਢੇ ਤੇ ਤਪੱਸਿਆ ਵੀ ਕੀਤੀ। ਕਿਹਨੇ, ਸ਼ਾਹ ਹੁਸੈਨ ਨੇ। ਤੇ ਇਸ ਕਰਕੇ ਕਵੀ ਵੀ ਨੇ ਤੇ ਸੰਤ ਵੀ ਨੇ। ਠੀਕ ਹੈ ਜੀ। ਤਾਂ ਕਹਿੰਦੇ ਜੀ ਇਹਨਾਂ ਨੇ ਮੁੱਖ ਤੌਰ ਤੇ ਕਾਫੀ ਕਾਵ ਰੂਪ ਦੇ ਵਿੱਚ ਰਚਨਾ ਕੀਤੀ। ਵੈਰੀ ਵੈਰੀ ਇੰਪੋਰਟੈਂਟ ਇਹ ਕੁਐਸਚਨ ਆਇਆ ਸੀਗਾ ਕਿ ਉਹ ਕਿਹੜਾ ਕਵੀ ਹੈ ਜਿਹਨੇ ਆਪਣੇ ਵਿਚਾਰ ਜਿਹੜੇ ਹੈਗੇ ਆ ਕਾਫੀ ਦੇ ਰੂਪ ਦੇ ਵਿੱਚ ਪ੍ਰਗਟ ਕੀਤੇ। ਤਾਂ ਕਾਫੀ ਦੇ ਰੂਪ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜੇ ਜਿਹਨੇ ਭਾਵ ਆਪਣੇ ਪ੍ਰਗਟ ਕੀਤੇ ਸੀ ਉਹ ਸੀਗਾ ਸ਼ਾਹ ਹੁਸੈਨ ਜੀ। ਇਹ ਕੁਐਸਚਨ ਆਇਆ ਸੀਗਾ ਤੁਹਾਡਾ, ਇਹ ਆਇਆ ਸੀ ਐਕਸਾਈਜ਼ ਇੰਸਪੈਕਟਰ ਦੇ ਵਿੱਚ। ਤਾਂ ਕੁਐਸਚਨ ਤੁਹਾਨੂੰ ਮੈਂ ਅੱਗੇ ਜਾ ਕੇ ਕਰਵਾ ਦਿੰਦਾ। ਇਹਨਾਂ ਨੇ ਜਿਹੜੀ ਆਪਣੀ ਮੁੱਢਲੀ ਸਿੱਖਿਆ ਕਹਿ ਲਓ, ਠੀਕ ਹੈ, ਉਹ ਕਿਹਦੇ ਤੋਂ ਪ੍ਰਾਪਤ ਕੀਤੀ, ਅਬੂ ਬਕਰ ਕੋਲੋਂ ਪ੍ਰਾਪਤ ਕੀਤੀ। ਤੇ ਜਿਹੜੀ ਮੇਨ ਕਹਿ ਸਕਦੇ ਆ ਇਲਮ ਜਿਹਨੂੰ ਆਪਾਂ ਬੈਤ ਕਹਿੰਦੇ ਆ, ਬੈਤ ਦਾ ਮਤਲਬ ਹੁੰਦਾ ਕੁਰਾਨ ਦੀ ਜਿਹੜੀ ਮੇਨ ਜਿਹੜੀ ਕੁਰਾਨ ਸ਼ਰੀਫ ਦੀ ਜਿਹੜੀ ਹੁੰਦੀ ਹੈ ਵਿਆਖਿਆ ਕਹਿ ਲਓ, ਉਹਦੀ ਇਲਮ ਕਹਿ ਲਓ। ਠੀਕ ਹੈ, ਉਹ ਕਿੱਥੋਂ ਲਿਆ ਰਾਜੇ, ਹਜ਼ਰਤ ਸ਼ੇਖ ਬਹਿਲੋਲ ਤੋਂ ਲਿਆ। ਇਹ ਨਾਮ ਯਾਦ ਰੱਖਣਾ, ਬਹੁਤ ਵਾਰੀ ਪੁੱਛਿਆ ਜਾਂਦਾ। ਇਹਨਾਂ ਨੇ ਆਪਣੀ ਜਿਹੜੀ ਬੈਅਤ ਹੈਗੀ ਹੈ ਜਾਂ ਫਿਰ ਇਲਮ ਹੈਗਾ ਕਿੱਥੋਂ ਪ੍ਰਾਪਤ ਕੀਤਾ, ਹਜ਼ਰਤ ਸ਼ੇਖ ਬਹਿਲੋਲ ਤੋਂ ਕੀਤਾ। ਤੇ ਮੁੱਢਲੀ ਸਿੱਖਿਆ ਕਿੱਥੋਂ ਲਈ ਹੈ ਰਾਜੇ, ਸ਼ੇਖ ਅਬੂ ਬਕਰ ਤੋਂ। ਤਾਂ ਸਭ ਤੋਂ ਆਰਡਰ ਵੀ ਯਾਦ ਰੱਖਣੇ ਆ, ਪਹਿਲਾ ਗੁਰੂ ਇਹਨਾਂ ਦਾ ਇਹ ਹੋਇਆ, ਸੈਕੰਡ ਹਜ਼ਰਤ ਸ਼ੇਖ ਬਹਿਲੋਲ ਹੋਏ ਆ, ਤੇ ਥਰਡ ਗੁਰੂ ਹੋਏ ਨੇ ਇਹਦੇ ਪੀਰ ਸਦੂਆਲਾ। ਇਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਨੇ ਕੀ ਕੀਤਾ, ਸ਼ਰਾ ਤੋਂ ਪੂਰਨ ਤੌਰ ਤੇ ਤਿਆਗ ਕੀਤਾ। ਸ਼ਰਾ ਕੀ ਹੈ ਰਾਜੇ, ਸ਼ਰਾ ਇੱਕ ਪਰੰਪਰਾ ਹੈ ਮੁਸਲਮਾਨਾਂ ਦੇ ਵਿੱਚ ਚੱਲਦੀ ਆ ਰਹੀ ਸੀਗੀ ਬਹੁਤ ਲੰਬੇ ਅਰਸੇ ਤੋਂ। ਇਹ ਤੋਂ ਮਤਲਬ ਕਿ ਹਟ ਕੇ ਇਹਨਾਂ ਨੇ ਕੀ ਆਪਣਾ ਇੱਕ ਅਲੱਗ ਸੰਪਰਦਾ ਸ਼ੁਰੂ ਕੀਤੀ, ਜਾਂ ਕਹਿ ਸਕਦੇ ਹਾਂ ਕਿ ਅਲੱਗ ਆਪਣੇ ਵਿਚਾਰ ਪ੍ਰਗਟ ਕੀਤੇ। ਤਾਂ ਇਹ ਪੁੱਛਿਆ ਜਾਂਦਾ ਵੀ ਇਹ ਕਿਹਦੀ ਸ਼ਰਨ ਦੇ ਵਿੱਚ ਆ ਕੇ ਇਹਨਾਂ ਨੇ ਪੂਰਨ ਤੌਰ ਤੇ ਤਿਆਗ ਕੀਤਾ, ਤਾਂ ਉਹ ਹੈਗੇ ਨੇ ਪੀਰ ਸਦੂਆਲਾ। ਠੀਕ ਹੈ ਜੀ, ਇਹਦਾ ਨਾਮ ਤੁਸੀਂ ਪਹਿਲਾਂ ਵੀ ਸੁਣਿਆ ਹੋਊਗਾ ਪੀਰ ਸਦੂਆਲਾ ਜੀ ਦਾ। ਅੱਗੇ ਗੱਲ ਕਰਦੇ ਆ ਜੀ। ਕਹਿੰਦੇ ਸ਼ਾਹ ਹੁਸੈਨ ਬਹੁਤ ਹੀ ਸੰਵੇਦਨਸ਼ੀਲ ਤੇ ਅਦੈਬਤਵਾਦੀ ਸੂਫੀ ਕਵੀ ਸੀਗਾ, ਜਿਸ ਨੂੰ ਲਾਲ ਕੱਪੜੇ ਪਾਉਣ ਦਾ ਬਹੁਤ ਸ਼ੌਕੀਨ ਸੀਗਾ, ਜਾਂ ਸ਼ੌਕੀਨ ਨਹੀਂ ਕਹਿ ਸਕਦੇ, ਲਾਲ ਕੱਪੜੇ ਹੀ ਪਾਉਂਦੇ ਸੀਗੇ ਜ਼ਿਆਦਾਤਰ। ਤਾਂ ਇਸ ਕਰਕੇ ਇਹਨਾਂ ਦਾ ਨਾਮ ਕੀ ਹੈ, ਲਾਲ ਹੁਸੈਨ ਵੀ ਕਿਹਾ ਜਾਂਦਾ ਹੈ। ਤਾਂ ਨਾਮ ਯਾਦ ਰੱਖ ਲਿਓ, ਸ਼ਾਹ ਹੁਸੈਨ, ਲਾਲ ਹੁਸੈਨ, ਅੱਗੇ ਜਾ ਕੇ ਮੈਂ ਮਾਧੋ ਹੁਸੈਨ ਵੀ ਦੱਸੂਗਾ। ਠੀਕ ਹੈ ਜੀ। ਤਾਂ ਦੇਖੋ ਸ਼ਾਹ ਹੁਸੈਨ ਜੀ ਦੇ ਤੀਸਰਾ ਨਾਮ ਕੀ ਸੀਗਾ, ਮਾਧੋ ਹੁਸੈਨ। ਮਾਧੋ ਲਾਲ ਹੁਸੈਨ ਕਹਿੰਦੇ ਸੀਗੇ, ਇਸ ਕਰਕੇ ਵੀ ਪ੍ਰਸਿੱਧ ਹੋਏ ਨੇ ਕਿਉਂਕਿ ਆਪ ਜੀ ਦਾ ਇੱਕ ਦੋਸਤ ਸੀਗਾ ਬ੍ਰਾਹਮਣਾਂ ਦਾ ਮੁੰਡਾ ਮਾਧੋ ਲਾਲ, ਉਹਦੇ ਨਾਲ ਇਹਨਾਂ ਦਾ ਬਹੁਤ ਪਿਆਰ ਸੀਗਾ। ਤਾਂ ਆਪ ਜੀ ਤੋਂ ਲਗਭਗ 20-30 ਸਾਲ ਛੋਟਾ ਸੀਗਾ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਇਹਨਾਂ ਦੇ ਤਿੰਨ ਨਾਮ ਨੇ, ਸ਼ਾਹ ਹੁਸੈਨ, ਲਾਲ ਹੁਸੈਨ ਤੇ ਮਾਧੋ ਹੁਸੈਨ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਜਿਹੜੇ ਸ਼ਾਹ ਹੁਸੈਨ ਜੀ ਆ ਉਹ ਦਮੋਦਰ ਕਵੀ ਹੋ ਗਿਆ, ਭਾਈ ਗੁਰਦਾਸ ਜੀ ਹੋ ਗਏ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹੋ ਗਏ, ਅਕਬਰ ਹੋ ਗਿਆ, ਜਹਾਂਗੀਰ ਹੋ ਗਿਆ, ਇਹਨਾਂ ਦੇ ਸਮਕਾਲੀ ਸਨ। ਠੀਕ ਹੈ, ਕਈ ਵਾਰ ਸਮਕਾਲੀ ਪੁੱਛ ਲੈਂਦੇ ਆ। ਇਸ ਤੋਂ ਇਲਾਵਾ ਕਹਿੰਦੇ ਜੀ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਤੇ ਛੱਜੂ ਭਗਤ ਦੇ ਨਾਲ ਬਹੁਤ ਗੂੜੇ ਸੰਬੰਧ ਸਨ ਇਹਨਾਂ ਦੇ, ਸ਼ਾਹ ਹੁਸੈਨ ਜੀ ਦੇ। ਤਾਂ ਸ਼ਾਹ ਹੁਸੈਨ ਨੂੰ ਕਹਿੰਦੇ ਜੀ ਪੰਜਾਬੀ ਦਾ ਸੂਰਦਾਸ ਵੀ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਇੱਥੋਂ ਕੁਐਸਚਨ ਨਿਕਲ ਕੇ ਆ ਸਕਦਾ ਹੈ। ਪੰਜਾਬੀ ਦਾ ਸੂਰਦਾਸ ਕਿਹਨੂੰ ਕਹਿੰਦੇ ਆ, ਸ਼ਾਹ ਹੁਸੈਨ ਨੂੰ ਕਹਿੰਦੇ ਆ। ਤਾਂ ਅੱਗੇ ਗੱਲ ਕਰੀਏ, ਦੇਖੋ ਆਹ ਕੁਐਸਚਨ ਆਇਆ ਸੀ। ਕਹਿੰਦੇ ਜੀ ਪੰਜਾਬ ਦਾ ਪਹਿਲਾ ਸੂਫੀ ਕਵੀ ਜਿਸਨੇ ਆਪਣੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕਾਫੀ ਰੂਪ ਨੂੰ ਅਪਣਾਇਆ। ਕਾਫੀ ਕੀ ਹੈ, ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਵਿਤਾ ਰੂਪ ਕਹਿ ਦਿੰਦੇ ਆ, ਕਾਫੀ ਹੁੰਦੀ ਆ, ਕਿਹਨੇ ਅਪਣਾਇਆ ਰਾਜੇ, ਸ਼ਾਹ ਹੁਸੈਨ ਨੇ। ਇੱਥੇ ਕੱਲਾ ਹੁਸੈਨ ਲਿਖਿਆ, ਤਾਂ ਤੁਸੀਂ ਇੱਥੋਂ ਕੀ ਕਰ ਸਕਦੇ ਹੋ, ਟਿਕ ਕਰ ਸਕਦੇ ਹੋ ਆਨਸਰ। ਤਾਂ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ। ਅੱਗੇ ਗੱਲ ਕਰਦੇ ਆ ਜੀ। ਕਹਿੰਦੇ ਜੀ ਪੰਜਾਬੀ ਦੇ ਵਿੱਚ ਸ਼ਾਹ ਹੁਸੈਨ ਦੀਆਂ 163 ਕਾਫੀਆਂ ਮਿਲਦੀਆਂ ਤੇ ਕਈ ਜਗ੍ਹਾ ਤੇ 162 ਵੀ ਮਿਲਦੀਆਂ ਰਾਜੇ। ਠੀਕ ਹੈ, 162 163 ਦੋਨੇ ਯਾਦ ਰੱਖ ਲੈਣੀਆਂ। ਠੀਕ ਹੈ, ਤਾਂ ਟੋਟਲ ਵੈਸੇ ਜਿਹੜਾ ਜ਼ਿਆਦਾ ਅਥੈਂਟਿਕੇਟ ਆ ਉਹ ਹੈਗਾ 163। ਤਾਂ 163 ਕਾਫੀਆਂ ਮਿਲਦੀਆਂ। ਤਾਂ ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ 4 ਸੰਗ੍ਰਹਿ ਛਾਪੇ ਗਏ ਨੇ ਪੰਜਾਬ ਸਰਕਾਰ ਵੱਲੋਂ ਕਹਿ ਲਓ ਜਾਂ ਇਤਿਹਾਸਕਾਰ ਵੱਲੋਂ ਕਹਿ ਲਓ। ਜਿਹੜਾ ਪਹਿਲਾ ਸੰਗ੍ਰਹਿ ਛਪਿਆ ਸੀਗਾ ਰਾਜੇ ਉਹ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਛਾਪਿਆ ਸੀ 1952 ਦੇ ਵਿੱਚ। ਦੂਜਾ ਜਿਹੜਾ ਸੀਗਾ 1968 ਦੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਛਾਪਿਆ ਸੀਗਾ। ਤਾਂ ਇਹ ਤੁਹਾਡੇ ਵਾਸਤੇ ਇੰਨੀ ਡਿਟੇਲ ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਜੇ ਕਿਸੇ ਨੇ ਟੈਟ ਦਾ ਪੇਪਰ ਦੇਣਾ ਹੈ ਜਾਂ ਫਿਰ ਮਾਸਟਰ ਕੇਡਰ ਦਾ ਦੇਣਾ, ਉਹਨਾਂ ਨੂੰ ਹੀ ਪੜ੍ਹਨਾ ਪਊਗਾ। ਨੈਕਸਟ ਗੱਲ ਕਰਦੇ ਹਾਂ ਜੀ। ਕਹਿੰਦੇ ਜੀ ਪੰਜਾਬ ਦੇ ਸੂਫੀ ਕਵੀਆਂ ਵਿੱਚ ਸ਼ਾਹ ਹੁਸੈਨ ਦਾ ਨਾਮ ਪਹਿਲਾ ਆਉਂਦਾ ਜਿਸ ਨੇ ਆਪਣੀ ਰਚਨਾ ਕਾਫੀਆਂ ਵਿੱਚ ਕੀਤੀ। ਸਭ ਤੋਂ ਪਹਿਲਾਂ ਇਹਨਾਂ ਨੇ ਕੀਤੀ
ਇਹ ਕਾਫੀਆਂ ਜਿਹੜੀਆਂ ਹੈਗੀਆਂ ਰਾਜੇ ਅਲੱਗ-ਅਲੱਗ ਰਾਗਾਂ ਦੇ ਵਿੱਚ ਉਚਾਰੀਆਂ ਗਈਆਂ, ਜਿਵੇਂ ਰਾਗ ਆਸਾ ਦੇ ਵਿੱਚ, ਰਾਗ ਝੰਜੋਟੀ, ਰਾਗ ਜਜਾਵੰਤੀ ਦੇ ਵਿੱਚ ਮਿਲਦੀਆਂ ਆਪਾਂ ਨੂੰ, ਠੀਕ ਹੈ, ਅਲੱਗ-ਅਲੱਗ ਰਾਗਾਂ ਦੇ ਵਿੱਚ ਮਿਲਦੀਆਂ ਜਿਹੜੀਆਂ ਇਹਨਾਂ ਦੀਆਂ ਕਾਫੀਆਂ ਨੇ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜਿਹੜੀ ਉਹਦੀ ਬੋਲੀ ਹੈਗੀ ਆ ਰਾਜੇ, ਠੇਠ ਹੈ। ਠੇਠ ਦਾ ਮਤਲਬ ਹੁੰਦਾ ਦੇਸੀ। ਠੇਠ ਉੱਤਮ ਤੇ ਕੇਂਦਰੀ ਸਾਹਿਤਕ ਬੋਲੀ ਹੈ ਸ਼ਾਹ ਹੁਸੈਨ ਜੀ ਦੀ। ਕਦੇ ਕਦੇ ਕਹਿੰਦੇ ਜੀ ਉਹਨਾਂ ਦੀਆਂ ਉਦਾਸ ਕਾਫੀਆਂ ਦੇ ਵਿੱਚੋਂ ਉਰਦੂ ਦੀ ਸ਼ਬਦਾਵਲੀ ਵੀ ਮਿਲਦੀ ਹੈ ਤੇ ਗੁਰਮਤ ਸ਼ਬਦਾਵਲੀ ਵੀ। ਗੁਰਮਤ ਕਿਹੜੀ, ਜਿਹੜੀ ਆਪਣੇ ਗੁਰੂਆਂ ਦੀ ਬਾਣੀ ਜਾਂ ਗੁਰੂਆਂ ਦੀ ਬੋਲੀ ਕਹਿ ਸਕਦੇ ਹਾਂ ਆਪਾਂ, ਠੀਕ ਹੈ ਜੀ। ਕਹਿੰਦੇ ਜੀ ਸ਼ਾਹ ਹੁਸੈਨ ਦੀਆਂ ਜਿਹੜੀਆਂ ਰਚਨਾਵਾਂ ਹੁੰਦੀਆਂ ਰਾਜੇ, ਉਹਦੇ 3 ਮੁੱਖ ਸਿਧਾਂਤ ਨੇ। ਪਹਿਲਾ ਸਿਧਾਂਤ ਕੀ ਆ, ਆਤਮਾ ਦਾ ਪਰਮਾਤਮਾ ਤੋਂ ਵਿਛੜੀ ਹੋਣਾ। ਤਾਂ ਇਹ ਪੱਕਾ ਪਤਾ ਹੀ ਆਪਾਂ ਨੂੰ, ਆਪਾਂ ਪਰਮਾਤਮਾ ਤੋਂ ਵਿਛੜ ਕੇ ਆਏ ਹੋਏ ਆ। ਪਰਮਾਤਮਾ ਦੇ ਪ੍ਰੇਮ ਭਾਵ ਨਾਲ ਪ੍ਰਾਪਤ ਕਰਨਾ ਪਰਮਾਤਮਾ ਨੂੰ, ਠੀਕ ਹੈ। ਆਪਾਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਆ, ਪਿਆਰ ਦੇ ਨਾਲ, ਤੇ ਰੱਬ ਨਾਲ ਭੇਦ ਹੋਣ ਦੀ ਇੱਛਾ ਪ੍ਰਗਟ ਕਰਨੀ ਕਿ ਸਾਡਾ ਰੱਬ ਨਾਲ ਮਿਲਾਪ ਹੋ ਜੇ। ਇਹ ਉਹਦੀਆਂ ਜਿਹੜੀਆਂ ਮੇਨ ਸਿਧਾਂਤ ਨੇ ਉਹਦੀਆਂ ਕਾਫੀਆਂ ਦੇ, ਠੀਕ ਹੈ ਜੀ। ਤਾਂ ਇਹ ਦੇਖੋ ਇੱਕ ਉਹਨਾਂ ਦੀ ਕਾਫੀ ਹੈਗੀ ਆ, ਇਹਦੇ ਵਿੱਚ ਵੀ ਦੇਖੋ ਉਹ ਕਿੰਨੇ ਨਿਮਰਤਾ ਨਾਲ ਗੱਲ ਕਰ ਰਹੇ। ਕਹਿੰਦੇ ਕਹਿ ਬਾਗੇ ਕੀ ਮੂਲੀ, ਆਪਾਂ ਕਹਿੰਦੇ ਨੇ ਤੂੰ ਕਿਹੜੀ ਬਾਗ ਦੀ ਮੂਲੀ ਆ, ਤਾਂ ਉਹ ਆਪਣੇ ਆਪ ਨੂੰ ਕਹਿ ਰਿਹਾ ਵੀ ਮੈਂ ਕਿਹੜੇ ਬਾਗ ਦੀ ਮੂਲੀ ਆ। ਕਹਿੰਦਾ ਕਹਿ ਬਾਗੇ ਕੀ ਮੂਲੀ, ਕਹਿ ਬਾਗੇ ਕੀ ਮੂਲੀ ਹੁਸੈਨਾ। ਹੁਸੈਨਾ ਮਤਲਬ ਸ਼ਾਹ ਹੁਸੈਨ ਆਪਣੇ ਆਪ ਨੂੰ ਸੰਬੋਧਨ ਕਰ ਰਹੇ ਆ। ਕਹਿ ਬਾਗੇ ਕੀ ਮੂਲੀ, ਕਹਿ ਬਾਗੇ ਕੀ ਮੂਲੀ ਹੁਸੈਨਾ, ਤੂੰ ਕਹਿ ਬਾਗੇ ਕੀ ਮੂਲੀ। ਰਹਾਓ ਦਾ ਮਤਲਬ ਹੁੰਦਾ ਠਹਿਰਾਓ, ਇੱਥੇ ਰੁਕਣਾ ਹੁੰਦਾ ਆਪਾਂ। ਬਾਗਾਂ ਦੇ ਵਿੱਚ ਫੁੱਲ ਅਜਾਇਬ, ਤੂੰ ਵੀ ਇੱਕ ਗੰਧੂਲੀ। ਆਪਣਾ ਆਪ ਪਛਾਣੇ ਨਹੀਂ, ਅਮਰਾ ਦੇਖ ਕਿਉਂ ਡੁੱਲੀ ਭੁੱਲੀ। ਇਸ਼ਕੇ ਦੇ ਦਰਿਆਓ ਕਰਾਹੀ, ਮਨਸੂਰ ਕਬੂਲੀ ਸੂਲੀ। ਮਨਸੂਰ ਰਾਜੇ ਹੋਏ ਨੇ। ਮਨਸੂਰ ਜਿਹੜੇ ਸੀਗੇ ਵੈਸੇ ਤਾਂ ਉਹ ਬਹੁਤ ਆਪਣੇ ਆਪ 'ਚ ਪਹੁੰਚੇ ਹੋਏ ਚੀਜ਼ ਸੀਗੇ। ਉਹਨਾਂ ਨੇ ਐਂ ਕਹਿਤਾ ਸੀਗਾ, ਉਹਨਾਂ ਦੇ ਇੱਕ ਇੱਕ ਸ਼ਬਦ ਕਹਿਣ ਕਰਕੇ ਉਹਨਾਂ ਨੂੰ ਸੂਲੀ ਦਿੱਤੀ ਗਈ ਸੀ। ਸੂਲੀ ਦਾ ਮਤਲਬ ਹੁੰਦਾ ਫਾਂਸੀ। ਮਨਸੂਰ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਸੀ। ਕਹਿੰਦੇ ਮਨਸੂਰ ਕਹਿੰਦਾ ਸੀਗਾ ਮੈਂ ਹੀ ਰੱਬ ਆ। ਉਹਨਾਂ ਨੇ ਕਹਿਣ ਦਾ ਮਤਲਬ ਤਾਂ ਇਹ ਸੀਗਾ ਕਿ ਮੈਂ ਰੱਬ ਨੂੰ ਪਾ ਲਿਆ, ਮੈਂ ਰੱਬ ਦੇ ਵਿੱਚ ਭੇਦ ਹੋ ਗਿਆ, ਮੈਂ ਆਪਣੇ ਆਪ ਨੂੰ ਮਤਲਬ ਕਿ ਰੱਬ ਵਾਂਗੂ ਹੀ, ਮਤਲਬ ਕਿ ਰੱਬ ਤੇ ਜੋ ਚੀਜ਼ਾਂ ਆਪਸ ਵਿੱਚ ਮਿਲ ਜਾਣ ਤਾਂ ਇੱਕ ਹੋ ਜਾਂਦੀਆਂ। ਉਹਨਾਂ ਨੇ ਤਾਂ ਕਹਿਣ ਦਾ ਮਤਲਬ ਸੀਗਾ ਕਿ ਮੈਂ ਹੀ ਰੱਬ ਆ। ਤਾਂ ਲੋਕਾਂ ਨੇ ਸਮਝਿਆ ਵੀ ਇਹ ਆਪਣੇ ਆਪ ਨੂੰ ਰੱਬ ਘੁਮਾਉਣ ਲੱਗ ਗਿਆ। ਤਾਂ ਉਸ ਕਰਕੇ ਉਸ ਟਾਈਮ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੇ ਕੀ ਕਰਤਾ, ਉਹਨੂੰ ਸੂਲੀ ਤੇ ਚੜਾਤਾ। ਤਾਂ ਕਹਿੰਦੇ ਇਸ਼ਕੇ ਕੇ ਦਰਿਆਓ ਕਰਾਹੀ, ਮਨਸੂਰ ਕਬੂਲੀ ਸੂਲੀ। ਸ਼ਾਹ ਹੁਸੈਨ ਪਿਆ ਦਰ ਉੱਤੇ ਜੇਕਰ ਪਵੇ ਕਬੂਲੀ। ਤਾਂ ਕਹਿਣ ਦਾ ਮਤਲਬ ਪਰਮਾਤਮਾ ਦੇ ਦਰ ਤੇ ਆਪਾਂ ਜਾ ਕੇ ਖੜੇ ਆ। ਹੁਣ ਪਤਾ ਨਹੀਂ ਆਪਾਂ ਕਬੂਲ ਹੁੰਨੇ ਆ ਨਹੀਂ ਹੁੰਦੇ, ਆਪਾਂ ਕਿੰਨੇ ਕੁ ਪਵਿੱਤਰ ਆ। ਤਾਂ ਇਹ ਉਹਦੀਆਂ ਕੀ ਨੇ, ਕਾਫੀਆਂ ਨੇ, ਬਹੁਤ ਅੱਛੀਆਂ ਨੇ, ਮਨ ਨੂੰ ਸਕੂਨ ਮਿਲਦਾ। ਤੁਸੀਂ ਪੜ੍ਹ ਕੇ ਦੇਖਿਓ ਕਦੇ। ਇਸ ਤੋਂ ਅਗਰ ਆਪਾਂ ਗੱਲ ਕਰੀਏ ਜਿਹੜੀ ਸ਼ਾਹ ਹੁਸੈਨ ਜੀ, ਉਹਨਾਂ ਨੇ 54 ਸਾਲ ਦੀ ਉਮਰ ਭੋਗੀ ਹੈ ਰਾਜੇ। 1593 ਈਸਵੀ ਦੇ ਵਿੱਚ ਉਹਨਾਂ ਦਾ ਕੀ ਹੋ ਗਿਆ, ਦੇਹਾਂਤ ਹੋ ਗਿਆ। ਕਈ ਜਗ੍ਹਾ ਤੇ 1600 ਈਸਵੀ ਵੀ ਲਿਖਿਆ ਹੋਇਆ, ਜਿਹੜਾ ਕਿ ਗਲਤ ਹੈ ਮੇਰੇ ਹਿਸਾਬ ਨਾਲ। ਜਿਹੜਾ ਇਤਿਹਾਸਕਾਰ ਅਥੈਂਟਿਕੇਟ ਕਹਿੰਦੇ ਆ ਉਹ 1593 ਈਸਵੀ ਕਹਿੰਦੇ ਆ। ਤਾਂ ਲਗਭਗ 54 ਸਾਲ ਦੀ ਉਮਰ ਬਣਦੀ ਹੈ ਉਹਨਾਂ ਦੀ। ਉਹਨਾਂ ਜਿਹੜਾ ਦੇਹਾਂਤ ਹੁੰਦਾ ਰਾਜੇ, ਉਹ ਕਿੱਥੇ ਹੁੰਦਾ, ਸ਼ਹਿਦਰੇ ਵਿਖੇ ਰਾਵੀ ਕੰਢੇ ਤੇ ਹੁੰਦਾ। ਦੇਖੋ ਜਿਹੜੀ ਉਹਨਾਂ ਦੀ ਮੌਤ ਹੁੰਦੀ ਹੈ ਨਾ, ਮੌਤ ਦਾ ਵੀ ਇੱਕ ਦਿਲਚਸਪ ਕਹਾਣੀ ਹੈ। ਕਹਾਣੀ ਕੀ ਮਿਲਦੀ ਹੈ ਇਤਿਹਾਸਕਾਰ ਦੇ ਵਿੱਚ, ਕਹਿੰਦੇ ਵੀ ਜਦੋਂ ਉਹਨਾਂ ਦੀ ਮੌਤ ਤੋਂ ਪਹਿਲਾਂ ਕੀ ਹੁੰਦਾ ਜੀ, ਉਹ ਇੱਕ ਕਿਸ਼ਤੀ ਦੇ ਵਿੱਚ ਜਾ ਰਹੇ ਹੁੰਦੇ ਆ। ਇਹ ਰਾਵੀ ਦਰਿਆ ਹੁੰਦਾ, ਰਾਵੀ ਦਰਿਆ ਦੇ ਵਿੱਚ ਉਹ ਕਿਸ਼ਤੀ ਦੇ ਵਿੱਚ ਜਾ ਰਹੇ ਹੁੰਦੇ ਆ ਆਪਣੇ ਦੋਸਤਾਂ ਦੇ ਨਾਲ। ਤਾਂ ਉਹਨਾਂ ਦੇ ਦੋਸਤਾਂ ਦੇ ਨਾਲ ਉਹ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਆ। ਉਹ ਕਹਿੰਦੇ ਵੀ ਜਦੋਂ ਕੋਈ ਆਪਣਾ ਮਿੱਤਰ ਪਿਆਰਾ ਆਪਾਂ ਨੂੰ ਬੁਲਾਵੇ ਨਾ, ਆਪਾਂ ਨੂੰ ਝਟਪਟ ਜਾਣਾ ਚਾਹੀਦਾ ਉਹਦੀ ਲੋੜ ਵਾਸਤੇ, ਜਾਂ ਜਦੋਂ ਮਤਲਬ ਉਹਦੀ ਮਦਦ ਵਾਸਤੇ। ਜਾਂ ਉਹ ਕਹਿੰਦੇ ਆ ਵੀ ਜਦੋਂ ਮਿੱਤਰ ਪਿਆਰਾ ਬੁਲਾਵੇ ਤਾਂ ਆਪਾਂ ਨੂੰ ਚਲੇ ਜਾਣਾ ਚਾਹੀਦਾ ਹੈ। ਤਾਂ ਕਹਿੰਦੇ ਜੀ ਇੰਨੀ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਦੋਸਤਾਂ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਕੰਢੇ ਤੇ ਤਾਰ ਦਿਓ। ਤਾਂ ਕਹਿੰਦੇ ਜੀ ਕੰਢੇ ਤੇ ਉਤਰ ਗਏ। ਉਤਰ ਕੇ ਉਹ ਲੰਮਾ ਲੇਟ ਗਏ। ਲੇਟ ਕੇ ਆਪਣੇ ਆਪ ਉੱਤੇ ਕੀ ਕਰ ਲਈ, ਉਹਨਾਂ ਨੇ ਚਾਦਰ ਲੈ ਲਈ ਚਿੱਟੇ ਰੰਗ ਦੀ। ਤਾਂ ਥੋੜੀ ਦੇਰ ਬਾਅਦ ਉਹ ਦੋਸਤਾਂ ਨੇ ਦੇਖਿਆ ਕਿ ਉਹ ਸਰੀਰ ਤਿਆਗ ਚੁੱਕੇ ਸੀਗੇ। ਉਹ ਕਹਿੰਦੇ ਸੀਗੇ ਕਿ ਮੈਨੂੰ ਰੱਬ ਦਾ ਬੁਲਾਵਾ ਆ ਗਿਆ, ਮੇਰੇ ਪਰਮਾਤਮਾ ਦਾ ਜਾਂ ਕਹਿ ਲਓ, ਮੇਰੇ ਖਸਮ ਦਾ ਕਹਿ ਲਓ, ਮੁਰਸ਼ਦ ਦਾ ਕਹਿ ਲਓ। ਤਾਂ ਇਸ ਤਰ੍ਹਾਂ ਉਹਨਾਂ ਦੀ ਡੈਥ ਹੋ ਗਈ ਸੀ। ਕਿੱਥੇ ਹੋਈ ਸੀ, ਰਾਵੀ ਨਦੀ ਦੇ ਕੰਢੇ ਵਿਖੇ ਹੋਈ ਸੀਗੀ। ਉਹ ਜਗ੍ਹਾ ਕਿਹੜੀ ਹੈਗੀ ਆ, ਸ਼ਹਿਦਰੇ, ਠੀਕ ਹੈ ਜੀ। ਤਾਂ ਲਾਹੌਰ ਦੇ ਵਿੱਚ ਉਹਨਾਂ ਦੀ ਅਜੇ ਵੀ ਮਜ਼ਾਰ ਕਾਇਮ ਆ। ਮਜ਼ਾਰ ਦਾ ਮਤਲਬ ਹੁੰਦਾ ਕਬਰ, ਠੀਕ ਹੈ, ਜਿੱਥੇ ਹਰ ਸਾਲ ਬਸੰਤ ਨੂੰ ਮੇਲਾ ਲੱਗਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾ ਸੀਗੇ, ਉਹ ਉਹਨਾਂ ਦੇ ਮੇਲੇ ਤੇ ਜਾ ਕੇ ਮੱਥਾ ਵੀ ਟੇਕਦੇ ਹੁੰਦੇ ਸੀਗੇ, ਠੀਕ ਹੈ ਜੀ। ਤਾਂ ਉਹਨਾਂ ਨੂੰ ਲੋਕ ਕੀ ਕੀ ਕਹਿ ਦਿੰਦੇ ਆ, ਚਿਰਾਗਾਂ ਦਾ ਮੇਲਾ ਵੀ ਕਹਿ ਦਿੰਦੇ ਆ, ਜਾਂ ਫਿਰ ਸ਼ਾਲਮਾਰ ਬਾਗ ਦਾ ਮੇਲਾ ਵੀ ਕਹਿੰਦੇ ਆ, ਠੀਕ ਹੈ ਜੀ। ਪਾਕਿਸਤਾਨ ਦੇ ਵਿੱਚ ਜਗ੍ਹਾ ਹੈਗੀ ਆ ਇਹ। ਤਾਂ ਇਹ ਸੀਗਾ ਜੀ ਅੱਜ ਦੇ ਤੁਹਾਡਾ ਸੂਫੀ ਕਾਵ, ਪ੍ਰਮਾਤਮਾ ਦੀ ਕਿਰਪਾ ਨਾਲ ਸਟਾਰਟ ਹੋ ਗਿਆ। ਬਹੁਤ ਮਿਹਨਤ ਹੋ ਰਹੀ ਹੈ, ਪ੍ਰਮਾਤਮਾ ਕਰੇ ਇਹ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲੇ, ਠੀਕ ਹੈ ਜੀ। ਜੇ ਤੁਹਾਨੂੰ ਵਧੀਆ ਲੱਗ ਰਿਹਾ ਪਲੀਜ਼ ਬਸ ਮੇਰੀ ਇੱਕੋ ਹੀ ਹੰਬਲ ਰਿਕੁਐਸਟ ਹੈ, ਲਾਈਕ ਸ਼ੇਅਰ ਵਾਲੇ ਧੁੱਕੀ ਕੱਢ ਦਿਓ ਬਸ, ਠੀਕ ਹੈ। ਤੇ ਸਬਸਕ੍ਰਾਈਬ ਕਰਵਾ ਦਿਓ ਚੈਨਲ ਹੋਰਾਂ ਤੋਂ ਵੀ, ਤੇ ਆਪ ਵੀ ਕਰ ਲਓ, ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ ਗਰੁੱਪ ਬਣੇ ਹੋਏ ਆ, ਚਾਹੇ WhatsApp ਤੇ, ਚਾਹੇ Telegram ਤੇ, ਚਾਹੇ Facebook ਤੇ ਹੈ। ਤਾਂ ਸ਼ੁਕਰੀਆ ਜੀ, ਪ੍ਰਮਾਤਮਾ ਕਿਰਪਾ ਕਰੇ, ਇਸ ਤਰ੍ਹਾਂ ਹੀ ਮਿਹਨਤਾਂ ਕਰਵਾਉਂਦਾ ਰਹੇ ਤੇ ਸਭ ਕੁਝ ਆਪਾਂ ਕਰੀਏ, ਤੇ ਪ੍ਰਮਾਤਮਾ ਕਰੇ ਤੁਹਾਡੇ ਸਭ ਦੀ ਕੀ ਲੱਗੇ ਨੌਕਰੀ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।